साहिब सेवक सरन गही दरबारी। दंडौत बंदन अनक वार सर्व कला समरथ। डोलन ते राखो प्रभु नानक दे कर हाथ। ज्ञान अंजन गुर दिया अज्ञान अंधेर विनाश। हर कृपा ते संत भेटिया नानक मन प्रगास। गुजरै शास्त्र खाट पिंग गिरन चढ़ जाए। अंध लखै बदरो सुन जो काल कृपा कराए। सतनाम श्री वाहिगुरु साहिब जीओ। राग गौड़ी गुआरेरी महला पहला। चौपदे दोपदे एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। भौ मुच भारा वड्डा तोल मन मत हौली बोले बोल। सिर धर चलिए सहिए भार नदरी करमी गुर विचार। पै बिन कोय ना लंघस पार पै भौ राखिया भाई सवार। रहाओ पै तन अगन पखै पै नाल पै भौ घड़िए शब्द सवार। पै बिन घाड़त कच्चन कच अंधा सच्चा अंधी सट। बुद्धि बाजी उपजै चाओ सहस सियाणप पवै ना ताओ। नानक मन मुख बोलण वाओ अंधा अखर वाओ दुआओ। नानक मन मुख बोलण वाओ अंधा अखर वाओ दुआओ। वाहिगुरु जी का खालसा वाहिगुरु जी की फतेह। भगत वत्सल करना निदान दीना बंधु पतत पावन जगत गुरु निरंजनी जोत धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब जी महाराज। जिन्हों के प्रताप का सदका आप समूह साध संगत जीओ। धन धन साहिब श्री गुरु तेग बहादुर साहिब जी महाराज जी की पावन याद विच बने हुए स्थान ते सतगुरु जी के दरबार विच शरदा के सहित दर्शनी भेंट अर्पण करके नमस्कार करते हुए गुरु महाराज जी के पावन चरणों में सज रहे हो। आप जी ने बड़े प्यार सत्कार के सहित गुरु के कीर्तनिया पासों अमृतमयी पावन गुरबाणी का कीर्तन और चौपई साहिब के पाठ श्रवण किए हैं। उपरांत ਗਿਆਨੀ ਲਾਲ ਸਿੰਘ ਜੀ ਜੋ ਆਪ ਜੀ ਦੇ ਨਾਲ ਰੋਜ਼ਾਨਾ ਗੁਰਬਾਣੀ ਦੁਆਰਾ
ਗੁਰੂ ਨਾਲ ਸਾਂਝ ਪਾਉਂਦੇ ਹਨ, ਬਚਨ ਸਰਵਣ ਕੀਤੇ ਹਨ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਕੂੜ ਦੀ ਪਾਲ ਜਿਹੜੀ ਕੰਧ ਹੈ, ਇਹ ਕਿਵੇਂ ਡਿੱਗਦੀ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਜਿਹੜੇ ਹੁਕਮ ਵਿੱਚ ਉਹਦੀ ਰਜ਼ਾ ਪਾਣੀ ਵਿੱਚ ਚੱਲਦੇ ਹਨ, ਔਰ ਜਿਸ ਤਰ੍ਹਾਂ ਉਹਦਾ ਹੁਕਮ ਲਿਖਿਆ ਹੋਇਆ, ਗੁਰੂ ਦੀ ਆਗਿਆ ਨੂੰ ਸਾਥ ਲੈ ਕੇ ਤੁਰਦੇ ਹੈ, ਹਉਮੈ ਦਾ ਤਿਆਗ ਕਰ ਦਿੰਦੇ ਹਨ, ਉਹਨਾਂ ਦੇ ਅੰਦਰੋਂ ਇਹ ਕੰਧ ਜਿਹੜੀ ਹੈ ਇਹ ਗਿਰ ਜਾਂਦੀ ਹੈ। ਫਿਰ ਉਹਨਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੀ ਵਿਆਖਿਆ ਬਾਰੇ ਔਰ ਸ਼੍ਰੀਮਾਨ ਬਾਬਾ ਠਾਕੁਰ ਸਿੰਘ ਸਾਹਿਬ ਜੀ, ਉਹਨਾਂ ਦੇ ਜੀਵਨ ਔਰ ਉਹਨਾਂ ਦੀ ਸੰਗਤ ਵਿੱਚ ਜੋ ਆਨੰਦ ਦਾ ਅਨੁਭਵ ਕੀਤਾ, ਉਹਦੇ ਬਾਰੇ ਵੀ ਆਪ ਜੀ ਨਾਲ ਬਚਨ ਸਾਂਝੇ ਕੀਤੇ ਹਨ। ਮਾਝ ਦੀ ਜੋ ਵਾਰ ਸੀ ਉਹ ਸੰਪੂਰਨ ਹੋਈ ਹੈ। ਹੁਣ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦਹਿ ਕੇ ਵਾਰ ਤੁਰਹੁ ਫਰਮਾਇਆ। ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾਲਾਹੇ ਪੂਰਾ ਪਾਇਆ। ਇੱਥੇ ਸੰਪੂਰਨ ਕਰਕੇ ਫਿਰ ਲਿਖਿਆ ਸੁਧ, ਅੰਕ ਪਾਏ 27। ਇਹ ਵਾਰ ਸੋਧ ਕੇ ਲਿਖੀ ਹੋਈ ਹੈ। ਕਈ ਜਗ੍ਹਾ ਸੁਧ ਕੀਚੇ, ਸੁਧ ਕੀਤੀ ਹੋਈ ਹੈ। ਹਾਂ, ਪ੍ਰੈਸ ਵਿੱਚ ਕੋਈ ਲਾਗ ਮਾਤਰ ਵੱਧ ਘੱਟ ਹੋ ਜਾਏ, ਉਹ ਅਸੀਂ ਸੋਧ ਸਕਦੇ ਹਾਂ। ਤੇ ਗੁਰਬਾਣੀ ਜਿਹੜੀ ਉਹ ਮਹਾਰਾਜ ਨੇ ਸੋਧ ਕੇ ਲਿਖੀ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਤੋਂ ਜਦੋਂ ਲਿਖਾਉਂਦੇ ਸੀ, ਜਾਂ ਦਸਮ ਗੁਰੂ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ, ਫਿਰ ਉਹਨੂੰ ਬਾਚਦੇ ਸੀ, ਆਪ ਦ੍ਰਿਸ਼ਟੀ ਗੋਚਰ ਕਰਦੇ ਸੀ, ਫਿਰ ਕਹਿਣਾ ਸੁਧ ਹੈ, ਫਿਰ ਉਹ ਮੋਹਰ ਲੱਗ ਜਾਂਦੀ ਸੀ। ਸੋ ਅਥਵਾ ਜਿਹੜਾ ਬਾਰ ਵਿੱਚ ਉਪਦੇਸ਼ ਦਿੱਤਾ ਹੈ, ਜੋ ਉਪਦੇਸ਼ਾਂ ਦੇ ਅਨੁਕੂਲ ਜੀਵਨ ਬਣਾਵੇਗਾ, ਉਸ ਦੀ ਮਨ ਬਿਰਤੀ ਜੀਵਨ ਵੀ ਸੁੱਧ ਪਵਿੱਤਰ ਹੋ ਜਾਏਗਾ। ਹੁਣ ਗੌੜੀ ਰਾਗ ਆਰੰਭ ਹੋ ਰਿਹਾ। ਇਹਦੀਆਂ 9 ਕਿਸਮਾਂ ਵੀ ਹੈ ਤੇ 5 ਉੱਪਰ ਹੋਰ ਹੈ, ਕਬੀਰ ਸਾਹਿਬ ਨੇ ਦਿੱਤੇ ਹਨ। ਤੇ ਇਹ 14 ਪ੍ਰਕਾਰ ਦੀ ਬਣ ਜਾਂਦੀ ਹੈ, ਕਿਉਂਕਿ ਇੱਕ ਇੱਕ ਰਾਗ ਦੀਆਂ ਕਈ ਜਾਤੀਆਂ ਹਨ। ਮਨੁੱਖਾਂ ਵਿੱਚ ਵੀ ਹੈ, ਦਰਖਤਾਂ ਵਿੱਚ ਵੀ ਹੈ, ਧਰਤੀ 'ਚ ਵੀ ਹੈ, ਪੱਥਰਾਂ ਦੀ ਵੀ ਜਾਤ ਹੈ, ਫਲਾਂ ਦੀ ਵੀ ਜਾਤੀ ਹੈ। ਉਹਨਾਂ ਦੇ ਰਸ, ਉਹਨਾਂ ਦੀ ਕੀਮਤ ਵੀ ਵੱਖਰੀ ਵੱਖਰੀ ਹੈ। ਇਸ ਤਰ੍ਹਾਂ ਇਹਨਾਂ ਰਾਗਾਂ ਦੇ ਵੀ ਕਈ ਭੇਦ ਹੈਗੇ ਹੈ। ਗੁਆੜੀ ਗੁਆਰੇਰੀ ਹੈ, ਵਿਰਾਗਣ ਹੈ, ਇਸ ਤਰ੍ਹਾਂ ਭੇਦ ਹੈਗੇ। ਸੂਹੀ ਰਾਗ ਹੈ, ਸੂਹੀ ਲਾਲਤ ਹੈ, ਬਸੰਤ ਹੈ, ਬਸੰਤ ਹੰਡੋਲ ਹੈ। ਇਹਨਾਂ ਦੀਆਂ ਕਿਸਮਾਂ ਰਾਗਮਾਲਾ ਦੇ ਵਿੱਚ 84 ਦਾ ਜ਼ਿਕਰ ਹੈ। ਆਮ ਪ੍ਰਚਾਰ ਵਿੱਚ ਇਹ ਵਚਨ ਚੱਲਦਾ ਰਿਹਾ ਹੈ ਕਿ 6 ਰਾਗ ਤੇ 30 ਰਾਗਣੀਆਂ। ਹੁਣ ਨਵੀਨ ਵਿਦਵਾਨਾਂ ਨੇ
ਤਕਰੀਬਨ 60 ਤੱਕ ਗਿਣਤੀ ਕੀਤੀ ਹੈ, ਪਰ ਹਾਲੇ ਵੀ ਉਹਨਾਂ ਦੀ ਖੋਜ ਅਧੂਰੀ ਹੈ। ਰਾਗਮਾਲਾ ਦੇ ਵਿੱਚ 84 ਹੈ, 84 ਕੱਢਣ ਵਾਸਤੇ ਬਾਣੀ ਬਣਾਈ ਹੈ, ਜਿਨ੍ਹਾਂ ਬਾਰੇ ਸਾਨੂੰ ਪੂਰਾ ਬੋਧ ਨਹੀਂ ਹੈਗੇ। 84 ਹੈ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਮਾਂ ਬੜਾ ਸਮਾਸਿਆ ਹੈ, ਕਿਉਂਕਿ ਲੜੀਵਾਰ ਕਥਾ ਹੁੰਦੀ ਹੈ ਵਿਦਿਆਰਥੀਆਂ ਵਾਸਤੇ। ਉੱਥੇ ਫਿਰ ਉਸੇ ਹਿਸਾਬ ਵਿੱਚ ਵਿਚਾਰ ਹੁੰਦੀ ਹੈ। ਤੇ ਹੁਣ ਉੱਪਰ ਮੂਲ ਮੰਤਰ ਰੱਖਿਆ, ਇਹਦੀ ਵਿਆਖਿਆ ਨੂੰ ਕਾਫੀ ਸਮਾਂ ਲੱਗ ਜਾਏਗਾ। ਇਸ ਵਾਸਤੇ ਜਿੰਨਾ ਮਹਾਰਾਜ ਕਿਰਪਾ ਕਰਨਗੇ। ਰਾਗ ਗੌੜੀ ਗੁਆਰੇਰੀ। ਰਾਗ ਗੌੜੀ ਹੈ, ਗੁਆਰੇਰੀ ਦੀ ਜਾਤੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਹੁਣ ਕਈ ਅੱਜ ਕੱਲ ਮਹਿਲਾ ਬੋਲ ਰਹੇ ਹਨ। ਸੋ ਮਹਿਲਾ ਸ਼ਬਦ ਇਸ ਤਰੀ ਲਿਆ ਗਿਆ। ਹਿੰਦੀ ਵਿੱਚ ਮਹਿਲਾ ਮਾਤਾ ਸਰੀਰਾਂ ਵਾਸਤੇ ਵਰਤਿਆ ਜਾਂਦਾ ਹੈ, ਤੇ ਮਹੱਲਾ ਪੁਰਸ਼ ਵਾਸਤੇ। ਤੇ ਮਹਾਰਾਜ ਨੂੰ ਪਤਾ ਸੀ ਵੀ ਐਸੇ ਸ਼ੰਕੇ ਪੈਦਾ ਹੋਣੇ। ਕੱਲ ਵੀ ਬੇਨਤੀ ਕੀਤੀ ਸੀ, ਸ੍ਰੀ ਰਾਗ ਮਹੱਲਾ ਪਹਿਲਾ ਅੰਕ ਵਿੱਚ ਵੀ ਹੈ ਤੇ ਗੁਰਮੁਖੀ 'ਚ ਵੀ ਹੈ। ਪੱਪਾ ਆਏ ਨੂੰ ਸਿਆਰੀ ਲੱਲੇ ਨੂੰ ਕਰਨਾ। ਇਹ ਕਿਉਂ ਪਾਇਆ? ਤੇ ਜੇ ਮਹਿਲਾ ਬੋਲਣਾ ਹੁੰਦਾ ਫੇਰ ਲਿਖਣਾ ਸੀ ਪਹਿਲੀ, ਇਹ ਪਹਿਲਾ ਨਹੀਂ ਸੀ ਲਿਖਣਾ। ਮਹਾਰਾਜ ਨੇ ਸ਼ੰਕਾ ਪਹਿਲਾਂ ਹੀ ਕੱਢ ਦਿੱਤੀ ਹੈ ਕਿ ਇਹਦੇ ਬੋਲਣ ਦਾ ਢੰਗ ਜਿਹੜਾ ਆ ਇੱਕ ਨਹੀਂ ਪਹਿਲਾ ਹੈ। ਉਹ ਅੰਕ 'ਚ ਵੀ ਲਿਖਿਆ, ਗੁਰਮੁਖੀ 'ਚ ਵੀ। ਇਹ ਸੰਸਾ ਨਿਵਰਤ ਮਹਾਰਾਜ ਨੇ ਕੀਤਾ। ਸੋ ਗੁਆਰੇਰੀ ਜਾਤੀ ਹੈ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਲ ਨਾਮ ਸਰੂਪ ਦਾ ਪਹਿਲੇ ਸਰੂਪ, ਪਹਿਲੀ ਪਾਤਸ਼ਾਹੀ ਕਿਰਪਾ ਕਰਦੇ ਹਨ। 4 ਪਦੇ 2 ਪਦੇ, 4 ਪਦਾਂ ਦੇ ਵੀ ਸ਼ਬਦ ਆਉਣਗੇ, 2 ਪਦਾਂ ਦੇ ਵੀ ਸ਼ਬਦ ਆਉਣਗੇ। ਹਜ਼ੂਰ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਨਾਮ। ਸੋ 300 ਸਾਲੇ ਤੇ ਹਜ਼ੂਰ ਸਾਹਿਬ ਦਰਸ਼ਨ ਵਾਸਤੇ ਤੇ ਉੱਥੋਂ ਦੇ ਜਥੇਦਾਰ ਸਾਹਿਬ ਪ੍ਰਬੰਧਕਾਂ ਵੱਲੋਂ ਲੰਗਰ ਵਾਸਤੇ ਵੀ ਸੇਵਾ ਕਰਨ ਵਾਸਤੇ ਆਗਿਆ ਹੋਈ ਸੀ। ਤੇ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਕਥਾ ਆਰੰਭ ਹੋਣੀ ਸੀ। ਕਹਿਣ ਲੱਗੇ ਕਥਾ ਆਰੰਭ ਕਰੋ। ਕੁਦਰਤੀ ਗਿਆਨੀ ਜੀ ਨੇ ਵਿਆਖਿਆ ਕੀਤੀ ਸੀ। ਦੂਏ ਦਿਨ ਫੇਰ ਕਹਿਣ ਲੱਗੇ ਮੁੰਡੋ ਫੇਰ ਅਰਥ ਕਰ ਦਿਓ। ਸੋ ਇੱਥੇ ਹੁਣ ਇੱਕ ਅੰਕ ਪਾਇਆ ਗਣਤ ਵਿਦਿਆ ਦਾ। ਜੇ ਤਾਂ ਈੜੀ ਨੂੰ ਸਿਹਾਰੀ ਕੱਕਾ ਤੇ ਉੱਤੇ ਅਧਕ ਪਾਉਂਦੇ ਫੇਰ ਇੱਕ ਬਣਨਾ ਸੀ, ਪਰ ਏਕਾ ਪਾਇਆ ਗਣਤ ਵਿਦਿਆ ਦਾ। ਇਹ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਹੜਾ ਪਰਮਾਤਮਾ ਇੱਕ ਤਾਂ ਉਸ ਤੋਂ ਪਹਿਲਾਂ ਕੋਈ ਨਹੀਂ, ਉਹ ਆਪ ਹੀ ਹੈ। ਦੂਸਰਾ ਉਹਦਾ ਵਿਭਾਗ ਨਹੀਂ ਹੁੰਦਾ। ਹੁਣ ਸਿਹਾਰੀ ਈੜੀ ਆਦਿਕ ਤੇ ਕੱਕਾ 4 ਬਣ ਜਾਂਦੇ। ਰੱਬ ਦਾ ਵਿਭਾਗ ਨਹੀਂ ਹੋ ਸਕਦਾ। ਔਰ ਓੰਕਾਰ ਸ਼ਬਦ ਜਿਹੜਾ ਓਮ ਜਾਂ ਓੰਕਾਰ ਜੋ ਵੈਦਿਕ ਦੇ ਗ੍ਰੰਥ ਹੈ ਵੇਦ ਮਤ ਵਿੱਚ,
ਓਮ ਸ਼ਬਦ ਜਿਹੜਾ ਜਾਂ ਓਮ ਸ਼ਬਦ ਹੈ ਉਹ ਤ੍ਰਿਦਾ ਮੂਰਤੀ ਦਾ ਵਾਚਕ ਹੈ। ਆਪ ਮਾ ਓਮ ਬ੍ਰਹਮਾ ਵਿਸ਼ਨੂੰ ਸ਼ਿਵ ਦਾ। ਤੇ ਜੇ ਇਹਦੇ ਮੂਹਰੇ ਏਕਾ ਨਾਂ ਲਾਇਆ ਜਾਂਦਾ ਤੇ ਇਕੱਲਾ ਇਹ ਸ਼ਬਦ ਲਿਖਿਆ ਜਾਂਦਾ ਤੇ ਫਿਰ ਕਈਆਂ ਨੂੰ ਭ੍ਰਾਂਤੀ ਹੋਣੀ ਸੀ ਕਿ ਮਹਾਰਾਜ ਦਾ ਮਤ ਜਿਹੜਾ ਅਦਵੈਤਵਾਦੀ ਨਹੀਂ ਦਵੈਤਵਾਦੀ ਹੈ। ਗੱਜ ਕੇ ਬੋਲੋ। ਏਕਾ ਲਾਉਣ ਦਾ ਮਤਲਬ ਇੱਕ ਤਾਂ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ। ਦੂਸਰਾ ਜਿਹੜੀ ਓਮ ਅੱਖਰ ਤੋਂ ਭ੍ਰਾਂਤੀ ਸੀ ਉਹਦੀ ਨਿਵਰਤੀ ਵਾਸਤੇ ਲਾਇਆ। ਤੇ ਉੱਥੇ ਜਿਹੜਾ ਓਮ ਸ਼ਬਦ ਹੈ, ਹੁਣ ਜਿਵੇਂ ਲਿਖਿਆ ਹੈ ਊੜਾ ਖੁੱਲੇ ਮੂੰਹ ਵਾਲਾ, ਊੜੇ ਨੂੰ ਵੈਸੇ ਤਾਂ ਹੋੜਾ ਪੈਂਦਾ ਨਹੀਂ, ਨਾ ਕਨੌੜਾ ਪੈਂਦਾ, ਐੜੇ ਨੂੰ ਹੋੜਾ ਨਹੀਂ ਪੈਂਦਾ, ਕਨੌੜਾ ਪੈਂਦਾ। ਕਈ ਲਗਾਂ ਕਈ ਅੱਖਰਾਂ ਨੂੰ ਲੱਗਦੀਆਂ, ਵਿਆਕਰਨ ਨਾਲ ਕਈ ਨਹੀਂ ਲੱਗਦੀਆਂ, ਉਹ ਸਮਝਣਾ ਪੈਂਦਾ। ਹੁਣ ਇੱਥੇ ਊੜੇ ਦੇ ਉੱਤੇ ਕਾਰ ਪਾਈ ਹੈ। ਇਹਦਾ ਭਾਵ ਕੀ ਹੈ? ਹੁਣ ਕਈ ਪ੍ਰੇਮੀ ਜਿਸ ਤਰ੍ਹਾਂ ਰਾਮਕਲੀ ਦੀ ਵਾਰ ਵਿੱਚ ਪਹਿਲੇ ਸ਼ਬਦ ਵਿੱਚ ਕਿ ਪੰਗਤੀ ਆਈ ਹੈ ਸ਼ਬਦ ਦੀ ਸੰਪੂਰਨਤਾ ਤੇ, ਬਾਵਾ ਸੱਚੇ ਪਾਤਸ਼ਾਹ ਤੁਮ ਸੱਚੀ ਨਾਏ। 21 ਵਾਰੀ ਹਰ ਸ਼ਬਦ ਨਾਲ ਪੜ੍ਹਨੀ ਪੈਂਦੀ ਹੈ। ਜਿਨ੍ਹਾਂ ਨੇ ਸੰਪਰਦਾ ਦੁਆਰਾ ਪਾਠ ਕਥਾ ਜਾਂ ਸੋਝੀ ਨਹੀਂ ਲਈ, ਆਪਣੇ ਢੰਗ ਵਿੱਚ ਵਿਚਰਦੇ ਆ, ਉਹ ਪੜ੍ਹਦੇ ਨਹੀਂ ਕਿ ਮਹਾਰਾਜ ਨੇ ਲਿਖੀ ਨਹੀਂ। ਤੇ ਪੰਗਤੀ ਲੈ ਲੈਂਦੇ, ਅੱਖਰ ਲਿਖੇ ਸਹੀ ਗਾਵਾਂ ਵਰਨਾ ਜਾਣਾ ਬਾਣੀ ਜੀਓ। ਸੋ ਹੁਣ ਇੱਥੇ ਲਿਖਿਆ ਹੈਗਾ, ਉਹ ਸ਼ਬਦ ਲਿਖਿਆ ਐੜੇ ਤੇ ਟਿੱਪੀ, ਕੱਕੇ ਨੂੰ ਕੰਨਾ ਤੇ ਰਾਰਾ ਨਹੀਂ। ਜੇ ਤਾਂ ਨਾਲ ਐੜੇ ਤੇ ਟਿੱਪੀ ਪਾ ਕੇ ਕੱਕੇ ਨੂੰ ਕੰਨਾ ਰਾਰਾ ਲਿਖੇ ਤੇ ਓਂਕਾਰ ਬਣਦਾ। ਜੇ ਉਵੇਂ ਬੁਲਾਈਏ ਇੱਕ ਉਹ ਆ, ਜੇ ਲਿਖਿਆ ਤੇ ਇਹ ਬਣਦਾ। ਆਪਾਂ ਬੁਲਾਉਂਦੇ ਜਿਹੜੇ ਸ਼ੁੱਧ ਬੁਲਾਉਂਦੇ ਆ, ਕਈ ਗਲਤ ਵੀ ਬੁਲਾਉਂਦੇ ਆ, ਏਕ ਓਂਕਾਰ ਕਹਿੰਦੇ ਆ, ਏਕ ਓਕਾਰ ਕਹਿੰਦੇ। ਕਿਉਂ ਜਿਨ੍ਹਾਂ ਨੇ ਸੰਪਰਦਾ ਦੁਆਰਾ ਪਾਠ ਨਹੀਂ ਕੀਤਾ, ਉਹਨਾਂ ਦੇ ਉਚਾਰਨ ਕਈਆਂ ਦੇ ਆਪੋ ਆਪਣੀ ਮਰਜ਼ੀ ਦੇ ਹੈ। ਸੋ ਹੁਣ ਇੱਥੇ ਲਿਖਿਆ ਜੋ ਹੈ ਉਹ ਇੱਕ ਹੈ, ਤੇ ਨਾਲ ਉਹ ਲਿਖਿਆ ਬੁਲਾਉਣੇ ਓਂਕਾਰ ਹੈ, ਲਿਖਿਆ ਓਂਕਾਰ ਹੈ ਨਹੀਂ। ਜੇ ਉਹਨਾਂ ਨੂੰ ਪੁੱਛੇ ਇਹ ਕਿਉਂ ਬੁਲਾਉਣੇ ਆ, ਇਹ ਕਿਹਨੇ ਦੱਸਿਆ ਤੁਹਾਨੂੰ? ਇਹ ਤਾਂ ਮੰਨਣਾ ਹੀ ਪਊਗਾ, ਕਿਸੇ ਨੇ ਦੱਸਿਆ। ਗੱਜ ਕੇ ਬੋਲੋ। ਸਾਰੇ ਬੁਲਾਉਂਦੇ ਆ, ਸਾਰੇ ਕਿਉਂ ਬੁਲਾਉਂਦੇ ਆ? ਸਿਆਣੇ ਕਿਸੇ ਨੇ ਦੱਸਿਆ ਹੀ ਹੋਏਗਾ, ਸੰਥਿਆ ਪੰਥਿਆ ਦਿੱਤੀ ਹੋਏਗੀ। ਜਿਸ ਤਰ੍ਹਾਂ ਹੁਣ ਲਿਖਿਆ ਉਹ ਆ, ਸੰਪਰਦਾ ਦੀ ਮਰਜ਼ਾਦਾ ਦੇ ਮੁਤਾਬਕ ਜੋ ਸੀਨੇ ਬਸੀਨੇ ਮਹਾਰਾਜ ਤੋਂ ਚੱਲਿਆ ਆ ਰਿਹਾ ਪਾਠ ਤੇ ਅਰਥ, ਉਹਦੇ ਮੁਤਾਬਕ ਇਸ ਨੂੰ ਅਸੀਂ ਇੱਕ ਓਂਕਾਰ ਬੁਲਾਉਂਦੇ ਹਾਂ। ਇਸੇ ਤਰ੍ਹਾਂ ਬਾਕੀ ਵੀ ਬਾਣੀ ਦੇ ਪਾਠਾਂ ਦੇ ਭੇਦ ਹੈਗੇ ਆ, ਜੋ ਸੰਪਰਦਾ ਨੇ ਦੱਸਿਆ ਉਸੇ ਢੰਗ ਨਾਲ ਹੀ ਆਚਰਨੇ ਯੋਗ ਹੈ, ਉੱਥੇ ਆਪਣੀ ਮਨਮਤ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਸੰਪਰਦਾ ਨੇ ਦੱਸਿਆ ਕਿ ਇਹ ਪੰਗਤੀ ਪੜ੍ਹਨੀ ਹੈ, ਉੱਥੇ ਆਪਣੀ ਮਤ ਨਹੀਂ ਚਾਹੀਦੀ। ਜਿਵੇਂ ਕਿਉਂਕਿ ਮਹਾਰਾਜ ਸੰਗੀਤ ਦੇ ਵੀ, ਵਿਆਕਰਨ ਦੇ ਵੀ, ਸਾਹਿਤ ਦੇ ਵੀ, ਕਾਵਿ ਰਚਨਾ ਦੇ ਵੀ, ਹਰ ਪੱਖ ਦੇ ਧੁਰੰਧਰ ਵਿਦਵਾਨ, ਉਹ ਹਰ ਪੱਖ ਦੀ ਸ਼ੈਲੀ ਵਿੱਚ ਰੱਖ ਕੇ ਗਏ।
ਕਿਉਂਕਿ ਸੰਪੂਰਨ ਪੁਰਖਾਂ ਦੀ ਬਾਣੀ ਹੈ, ਕੋਈ ਪੱਖ ਵੀ ਅਧੂਰਾ ਨਹੀਂ, ਜਿਹੜਾ ਮਰਜ਼ੀ ਪੱਖ ਲੈ ਲਓ। ਸਾਰੇ ਤਾਂ ਮੈਂ ਕਹਿ ਕੇ ਦੱਸ ਨਹੀਂ ਸਕਦਾ, ਬਹੁਤ ਪੱਖਾਂ ਦੇ ਉੱਤੇ ਵਿਚਾਰ ਦਿੱਤੇ ਹੈ। ਸੋ ਜਿਵੇਂ ਕੋਈ ਕਵੀ ਹੈ, ਉਹ ਜਦੋਂ ਕੋਈ ਸ਼ਬਦ ਲਿਖਦਾ, ਉਹਦੇ 4 ਬੰਦ ਹੁੰਦੇ ਆ। ਪਹਿਲੇ ਬੰਦ ਵਿੱਚ 4 ਪੰਕਤੀਆਂ ਹੁੰਦੀਆਂ, ਉੱਥੇ ਪਹਿਰੇ ਦਾ ਇੱਕ ਅੰਗ ਪਾ ਦਿੰਦਾ, ਫਿਰ ਦੂਜਾ ਪਹਿਰਾ ਸ਼ੁਰੂ ਹੋ ਜਾਂਦਾ, ਉੱਥੇ 3 ਪੰਕਤੀਆਂ ਆ, ਚੌਥੀ ਪੰਕਤੀ ਥੱਲੇ ਡੈਸ਼ ਪਾਈ ਹੁੰਦੀ ਹੈ, ਅੰਗ ਪੂਰਾ ਪਾਇਆ ਹੋਇਆ। 3 ਪਹਿਰਿਆਂ 'ਚ ਇਵੇਂ ਹੀ ਹੈ। ਉਹ ਸਿਆਣੇ ਨੂੰ ਪਤਾ ਹੈ ਕਿ ਇੱਥੇ ਅੰਗ ਪੂਰਾ ਪਾਇਆ, ਜਿਹੜੀ ਪੰਕਤੀ ਇਹ ਟੇਕਦੀ ਹੈ ਇਹ ਆਪੇ ਹੀ ਪੜ੍ਹਨੀ ਹੈ। ਗੱਜ ਕੇ ਬੋਲੋ, ਕਿਉਂਕਿ ਸ਼ਬਦ ਦਾ ਵਜਨ ਪੂਰਾ ਨਹੀਂ ਹੁੰਦਾ, ਵਜਨ ਪੂਰਾ ਹੋਏਗਾ ਹੀ ਤਾਂ। ਇਸ ਵਾਸਤੇ ਹੁਣ ਵਿਆਖਿਆ ਤੇ ਬੜੀ ਲੰਬੀ ਫਿਰ ਹੋ ਜਾਂਦੀ ਹੈ, ਬਹੁਤ ਕੁਝ ਦੱਸਣ ਵਾਲਾ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਓੰਕਾਰ ਪ੍ਰਕਾਸ਼ ਰੂਪ ਹੈ, ਔਰ ਜਿਹੜਾ ਤਤ ਪਦ ਹੈ ਉਹ ਈਸ਼ਰ ਹੈ, ਤੁੰਗ ਪਦ ਜੀਵ ਹੈ, ਜਿਹੜੀ ਉੱਤੇ ਕਾਰ ਹੈ ਉਹ ਆਸ ਪਦ ਹੈ, ਉਹ ਬ੍ਰਹਮ ਦਾ ਵਾਚਕ ਹੈ। ਪਰਮਾਤਮਾ ਇੱਕ ਹੈ, ਉਸੇ ਪਰਮਾਤਮਾ ਤੋਂ ਇਹ ਸਾਰੀ ਰਚਨਾ ਹੋਈ ਹੈ। ਜੇ ਦੇਵੀ ਦੇਵਤੇ ਜਿਹੜੇ ਹੈ, ਪਰਮਾਤਮਾ ਇੱਕ, ਉਹ ਤੋਂ ਮਾਇਆ, ਮਾਇਆ ਤੋਂ 3 ਦੇਵਤੇ, ਗਾਂ ਤੋਂ ਸਾਰੀ ਰਚਨਾ ਹੁਣ ਰਚਾਈ ਹੈ। ਵਿਆਕਰਨ ਦੇ ਮੁਤਾਬਕ ਅਵ ਰੱਖਣੇ ਧਾਤੂ ਤੋਂ ਓਮ ਸ਼ਬਦ ਦੀ ਉਤਪਤੀ ਹੋਈ ਹੈ। ਜਿਵੇਂ ਬੋੜ ਆਪਣੇ ਬੀਜ ਤੋਂ ਪੈਦਾ ਹੋਇਆ, ਹਰ ਚੀਜ਼ ਦੀ ਉਤਪਤੀ ਦਾ ਕੋਈ ਨਾ ਕੋਈ ਕਾਰਨ ਹੈ, ਨਿਮਿਤ ਵੀ ਹੈ, ਉਪਾਦਾਨ ਕਾਰਨ ਵੀ ਹੈ। ਜਿਵੇਂ ਘੁਮਿਆਰ ਹੈ, ਚੱਕ ਆ, ਮਿੱਟੀ ਹੈ। ਹੁਣ ਜੇ ਮਿੱਟੀ ਨਾ ਹੋਵੇ, ਚੱਕ ਨਾ ਹੋਵੇ, ਕੱਲਾ ਘੁਮਿਆਰ ਘੜਾ ਨਹੀਂ ਬਣਾ ਸਕਦਾ। ਘੁਮਿਆਰ ਦੀ ਵੀ ਲੋੜ ਹੈ, ਚੱਕ, ਡੰਡੇ ਤੇ ਮਿੱਟੀ ਦੀ ਵੀ ਲੋੜ ਹੈ। ਦੋਨੋਂ ਕਾਰਨ ਹੋਣਗੇ ਤੇ ਘੜਾ ਜਿਹੜਾ ਬਣੇਗਾ। ਤੇ ਜਿਵੇਂ ਮੱਕੜੀ ਹੈ, ਉਹ ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਨਿਮਿਤ ਵੀ ਹੈ। ਜਿਹੜਾ ਪਰਮਾਤਮਾ ਇਹ ਤੱਕ ਸਮਝਣ ਲਈ ਹੈ, ਪਰਮਾਤਮਾ ਦੇ ਨਾਲ ਕੋਈ ਛੋਟਾ ਮੋਟਾ ਦ੍ਰਿਸ਼ਟਾਂਤ ਨਹੀਂ ਦਿੱਤਾ ਜਾਂਦਾ ਹੁੰਦਾ, ਦ੍ਰਿਸ਼ਟਾਂਤ ਦਾ ਇੱਕ ਅੰਗ ਲਈਦਾ ਸਿਰਫ ਸਮਝਣ। ਪਰਮਾਤਮਾ ਆਪ ਹੀ ਉਪਾਦਾਨ ਕਾਰਨ ਹੈ, ਆਪ ਹੀ ਨਿਮਿਤ ਕਾਰਨ ਹੈ। 5 ਤੱਤ ਕਿਤੋਂ ਆਧਾਰੇ ਥੋੜ੍ਹੀ ਲਿਆ, ਜਾਂ 3 ਗੁਣ, ਇਹ ਉਹਦੀ ਆਪਣੀ ਰਚਨਾ ਹੀ ਹੈ, ਆਪਣੇ ਸਵੈਂ ਸਰੂਪ ਤੋਂ ਰਚਨਾ ਕਰਦਾ ਹੈ। ਓੰਕਾਰ ਵਿਆਕਰਨ ਦੇ ਹਿਸਾਬ ਨਾਲ ਲੋਕ ਪਰਲੋਕ ਵਿੱਚ ਜੀਵਾਂ ਦੀ ਰੱਖਿਆ ਕਰਨ ਲਈ ਸਮਰੱਥ ਹੈ। ਜਿਹੜੇ ਭਗਤ ਲੋਕ ਆ, ਉਹਨਾਂ ਦੇ ਹਿਰਦੇ 'ਚ ਪ੍ਰੇਮਾ ਭਗਤੀ ਪੈਦਾ ਕਰਦਾ, ਜਿਹਦਾ ਜਾਪ ਕਰੀਏ। ਜਿਹੜੇ ਦਵੈਤਵਾਦੀ ਹੈ, ਇਹਦੇ ਜਾਪ ਨਾਲ ਉਹਨਾਂ ਦੇ ਹਿਰਦੇ 'ਚੋਂ ਰਾਗ ਦਵੈਸ਼ ਖਤਮ ਹੋ ਜਾਂਦੀ ਹੈ। ਤੇ ਜਿਹੜੇ ਯੋਗੀ ਹੈ, ਉਹਨਾਂ ਦੇ ਪ੍ਰਾਣਾਂ ਨੂੰ 10ਵੇਂ ਦੁਆਰ ਵੱਲ ਲੈ ਜਾਂਦਾ ਹੈ। ਜਿਹੜੇ ਗਿਆਨਵਾਨ ਹਨ, ਉਹਨਾਂ ਦੇ ਹਿਰਦੇ 'ਚ ਆਤਮਾ ਜੋਤੀ ਦਾ ਪ੍ਰਕਾਸ਼ ਕਰਦਾ ਹੈ, ਇਸ ਕਰਕੇ ਪ੍ਰਕਾਸ਼ ਰੂਪ ਹੀ ਹੈ। ਮੁਨੀ ਦੇ ਮਹਾਂਪੁਰਖਾਂ ਨੇ 63 ਭੇਦ ਵੀ ਕੀਤੇ ਹੈ। ਇਹ ਗੱਲਾਂ ਹੁੰਦੀਆਂ ਵਿਦਿਆਰਥੀਆਂ ਲਈ। ਜਿਹੜੀ ਆਮ ਸੰਗਤ ਹੈ, ਇਹਨਾਂ ਵਾਸਤੇ ਸਰਲ ਭਾਵ ਜਿਹੜਾ ਸਮਝ ਵਿੱਚ ਆ ਜਾਏ। ਸੋ ਵਾਹਿਗੁਰੂ ਪਰਮੇਸ਼ਰ ਇੱਕ ਹੈ, ਓੰਕਾਰ ਪ੍ਰਕਾਸ਼ ਸਰੂਪ ਹੈ। ਸਤਨਾਮ, ਉਹਦਾ ਜਿਹੜਾ ਨਾਮ ਹੈ ਉਹ ਸਤ ਹੈ। ਹੁਣ ਇੱਥੇ ਸੱਸਾ ਤੇ ਤੱਤੇ ਨੂੰ ਸਿਹਾਰੀ ਪਾਈ ਹੈ, ਤੇ ਜੇ ਸੱਸੇ ਤੇ ਆਦਿਕ ਪਾ ਕੇ ਤੱਤਾ ਪਾ ਦਿੰਦੇ, ਫਿਰ ਗਣਤ ਦਾ 7 ਬਣ ਜਾਣਾ ਸੀ, 6 7। ਤੇ ਜੇ ਇਕੱਲਾ ਹੀ ਸੱਸਾ ਤੇ ਤੱਤਾ ਪਾ ਦਿੰਦੇ,
ਫਿਰ ਸੱਤ ਬਣ ਜਾਣਾ ਸੀ। ਨਿੰਬੂ ਦਾ ਵੀ ਹੋ ਸਕਦਾ, ਪੂਦਨੇ ਦਾ ਵੀ, ਸੰਤਰੇ ਦਾ, ਜਵੈਣ ਦਾ ਵੀ ਹੋ ਸਕਦਾ, ਫਿਰ ਵੀ ਭ੍ਰਾਂਤੀ ਪੈਣੀ ਸੀ। ਪਰ ਇੱਥੇ ਪਾਇਆ ਸੱਸਾ ਤੱਤੇ ਨੂੰ ਸਿਆਰੀ, ਸੱਤ ਜਿਹਦਾ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ ਉਹਨੂੰ ਸੱਤ ਕਹਿੰਦੇ ਆ। ਤ੍ਰੈ ਕਾਲ ਵਾਤੰ ਸਤਤ, ਜਿਹੜਾ ਤਿੰਨਾਂ ਕਾਲਾਂ ਵਿੱਚ ਅਜਰ ਅਮਰ ਰਹਿਣ ਵਾਲਾ ਓਮਕਾਰ ਪ੍ਰਕਾਸ਼ ਰੂਪੀ ਇੱਕ ਵਾਹਿਗੁਰੂ, ਉਹ ਸਤ ਸਰੂਪ ਹੈ। ਨਾਮ ਮੈਨੇ ਪ੍ਰਸਿੱਧ ਹੈ। ਜੇ ਵਿਆਕਰਨ ਦੇ ਹਿਸਾਬ ਨਾਲ ਕਰੀਏ ਫਿਰ ਨਕਾਰ ਤੇ ਕੰਨੇ ਚੋਂ ਐੜਾ ਤੇ ਮਨਾ ਅਮ। ਆਮ ਨਾਮ ਸੰਸਕ੍ਰਿਤ ਵਿੱਚ ਰੋਗਦਾ ਹੈ। ਇਹਦਾ ਜਾਪ ਕਰਨੇ ਨਾਲ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਰਹਿੰਦੀ। ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਤੇਰਾ ਸਤਨਾਮ ਪਰਮੇਸ਼ਰ, ਉਹਦਾ ਨਾਮ ਸਦਾ ਸੱਚ ਹੈ। ਬਾਕੀ ਜਿਹੜਾ ਨਾਮ ਰੂਪ ਹੈ ਉਹ ਮਿਥਿਆ ਹੈ। ਅੱਜ ਹੈ ਕੱਲ ਹੈ ਨਹੀਂ। ਪਰ ਉਹ ਬ੍ਰਹਮ ਮੇਰਾ ਸਿਰ ਥਾਵਰੀ ਹੋਰ ਆਵੇ ਜਾਏ। ਬਾਕੀ ਆਉਣ ਜਾਣ ਵਿੱਚ ਹੈ ਉਹ ਨਾਮ ਪ੍ਰਸਿੱਧ ਹੈ ਤੇ ਰੋਗਾਂ ਦੀ ਨਿਵਰਤੀ ਕਰਨ ਵਾਸਤੇ ਸਮਰੱਥ ਹੈ। ਹੁਣ ਜਿਹੜੇ ਪਾਤਸ਼ਾਹ ਵਾਲੇ ਹੈ ਇਹਨਾਂ ਨੂੰ ਪੁੱਛਣ ਵਾਲਾ ਤੇ ਕੋਈ ਹੈ ਨਹੀਂ। ਸਤਨਾਮ ਅੱਖਰ ਇਕੱਠਾ ਹੀ ਨਹੀਂ ਜੁਦੇ ਉਹਦੇ ਕਰਕੇ ਜਦ ਕਿ ਬੋਲੋ। ਸੋ ਇਸ ਵਾਸਤੇ ਭਾਈ ਇਹ ਇਕੱਠਾ ਹੀ ਪਾਠ ਹੈ ਸਤਨਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿਰਪਾ ਕਰਦੇ ਹਨ। ਕਰਤਾ ਪੁਰਖ, ਕਰਤਾ ਜਿਵੇਂ ਹੁਣ ਮੈਗ ਪਿਆ ਇਹਦਾ ਕੋਈ ਕਰਤਾ ਹੈ। ਸਟੂਲਿਆ ਜਾਂ ਹੋਰ ਚੀਜ਼ਾਂ, ਛੋਟੀਆਂ ਛੋਟੀਆਂ ਚੀਜ਼ਾਂ, ਸਾਰਿਆਂ ਦਾ ਕੋਈ ਨਾ ਕੋਈ ਕਰਤਾ ਹੈ। ਪਰ ਜੋ ਜਿਤਨਾ ਪ੍ਰਪੰਚ ਦਿਸਦਾ ਅਣਦਿਸਦਾ ਇੱਕ ਕਰਤਾ ਮੰਨਾਂਗੇ, ਫਲਾਣੇ ਦਾ ਪੁੱਤਰ ਹੈ, ਉਹ ਕਿਹਦਾ ਸੀ, ਉਹ ਕਿਹਦਾ ਸੀ, ਇਹ ਤਾਂ ਬੜੇ ਦੋਸ਼ ਪੈਦਾ ਹੋ ਜਾਣਗੇ। ਚੱਕਰ ਕਾ ਦੋਸ਼, ਇਸ ਤਰ੍ਹਾਂ ਅਨਵਸਥਾ ਦੋਸ਼, ਇਸ ਤਰ੍ਹਾਂ ਦੇ ਬੜੇ ਦੋਸ਼ ਪੈਦਾ ਹੋ ਜਾਣਗੇ। ਅਖੀਰ ਜਾ ਕੇ ਮੁੱਕਦਾ ਕਿ ਸਾਰਿਆਂ ਦਾ ਕਰਤਾ ਪਰਮਾਤਮਾ ਹੈ। ਉੱਥੇ ਆ ਕੇ ਖੇਲ ਸਮਾਪਤ ਹੁੰਦੀ ਹੈ। ਉਹ ਕਰਤਾ ਹੈ, ਇੱਕ ਕਾਰਨ ਹੈ, ਇੱਕ ਕਰਤਾ ਹੈ ਤੇ ਇੱਕ ਕਾਰਜ ਹੈ। ਕਰਤਾ ਹੋ ਗਿਆ ਪਰਮੇਸ਼ਰ, ਕਾਰਨ ਹੋ ਗਈ ਮਾਇਆ, ਕਾਰਜ ਹੋ ਗਿਆ ਸੰਸਾਰ। ਜਦੋਂ ਮਹਾਰਾਜ ਕਾਸ਼ੀ ਚ ਗਏ ਗੁਰੂ ਨਾਨਕ ਪਾਤਸ਼ਾਹ ਜੀ, ਉੱਥੇ ਦੇ ਪੰਡਤਾਂ ਨੇ ਚਰਚਾ ਸ਼ੁਰੂ ਕੀਤੀ ਸੀ। ਕਹਿੰਦੇ ਮਹਾਰਾਜ ਸਾਨੂੰ ਇਹ ਸਿੱਖਿਆ ਮਿਲੀ ਹੈ, ਕਾਰਨ ਕਰਤੇ ਵਸ ਹੈ ਸਭ ਕਲ ਰਾਖੀ ਤਾਰ। ਤੇ ਮਹਾਰਾਜ ਕਹਿਣ ਲੱਗੇ ਫਿਰ ਕਾਰਨ ਜਿਹੜੀ ਮਾਇਆ ਉਹਦੇ ਦੁਆਰਾ ਇਹ ਸਾਰੀ ਚੀਜ਼ ਕਹਿੰਦੇ ਦੁਰਗਾ ਤੋਂ ਪੈਦਾ ਹੋਈ ਹੈ। ਤੇ ਦੁਰਗਾ ਨੂੰ ਕਿਹਨੇ ਪੈਦਾ ਕੀਤਾ? ਤੈਹੀ ਦੁਰਗਾ ਸਾਜ ਕਹਿ ਦੈਂਤਾਂ ਦਾ ਨਾਸ ਕਰਾਇਆ। ਉਹ ਜਿਹੜਾ ਤੈਹੀ ਉਹ ਪਾਣਾ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ। ਉਹ ਤੈਥੋਂ ਪਾਉਣਿਆ, ਰਾਮ ਨੂੰ ਬਲ ਦੇਣ ਵਾਲਾ, ਦੁਰਗਾ ਨੂੰ, ਕ੍ਰਿਸ਼ਨ ਨੂੰ, ਸਾਰਾ ਹੀ ਇਹ ਪੌੜੀ ਵਿੱਚ ਦੱਸਿਆ। ਇਸ ਵਾਸਤੇ ਉਹ ਸਾਰਿਆਂ ਦਾ ਹੀ ਕਰਤਾ ਹੈ। ਪੁਰਖ, ਉਹ ਪਾਪਾਂ ਤੋਂ ਰੱਖਿਆ ਕਰਨ ਵਾਲਾ, ਪੁਰੀਆਂ ਦਾ ਖੌਫ। ਜਦੋਂ ਦੀ ਇੱਛਾ ਹੁੰਦੀ ਹੈ, ਜਬ ਕਰਖ ਕਰਾ ਕਰਤਾਰਾ, ਪ੍ਰਜਾ ਕਰਤਵ ਦੇਹ ਅਪਾਰਾ। ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮ ਮੈਂ ਮਿਲਤ ਦੇਹ ਤਰ ਸਭ। ਜਦੋਂ ਪਰਲੋ ਕਰਨੀ ਹੈ ਫਿਰ ਸਾਰੀਆਂ ਪੁਰੀਆਂ, ਇੰਦਰ ਲੋਕ, ਸ਼ਿਵ ਲੋਕ, ਜਿੰਨੇ ਵੀ ਹੈ ਇਹ ਸਾਰੇ ਖਤਮ ਹੋ ਜਾਂਦੇ ਆ। ਇਹ ਕੋ ਆਪੇ ਰਹਿ ਜਾਂਦਾ। ਸੋਨੇ ਕਲਾ ਨਹਾਏ ਦਾ ਹਰਬਦ ਨਾਲ ਧੁੰਦੂ ਕਾ ਰਾਜ ਲਿਆ ਸੀ ਕਿਰਿਆ ਬਣਾਉਂਦਾ। ਇਸ ਕਰਕੇ ਪੁਰਖ ਤਾਂ ਸਾਰੇ ਹੀ ਹੈ, ਪਰ ਕਰਤਾ ਪੁਰਖ ਉਹੀ ਹੈ। ਪੁਰਖਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਮਜ਼ੋਰੀਆਂ ਹੈ।
ਉਹ ਸਾਰਿਆਂ ਦਾ ਪੌਰਿਸ਼, ਪਾਲਣਾ ਪੋਸ਼ਣ, ਹਰ ਤਰ੍ਹਾਂ ਦਾ ਉਦਮ ਕਰਨ ਵਾਲਾ ਵੀ ਉਹ ਐਸਾ ਪੁਰਖ ਹੈ। ਸਿਰ ਸਿਰ ਇੱਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ, ਐਸਾ ਹੈ। ਹਾਂਜੀ। ਨਿਰਭਉ ਅਤੇ ਭਉ ਤੋਂ ਰਹਿਤ ਹੈ। ਕਈ ਹਰਨਾਕਸ਼ਰ ਅੱਗੇ ਵੀ ਆਪਣੇ ਆਪ ਨੂੰ ਬੜਾ ਨਿਰਭਉ ਮੰਨਦੇ ਸੀ, ਪਰ ਜਦੋਂ ਨਰਸਿੰਘ ਆਇਆ ਫਿਰ ਤਾਂ ਭੈ ਮੰਨੇ ਹੋਏਗਾ। ਹੁਣ ਇੱਥੇ ਦਇਆਨੰਦ ਨੇ ਸ਼ੰਕਾ ਕੀਤੀ ਹੈ ਸਤਿਆ ਪ੍ਰਕਾਸ਼ ਵਿੱਚ ਕਿ ਗੁਰੂ ਜੀ ਸੰਸਕ੍ਰਿਤ ਨਹੀਂ ਸੀ ਪੜ੍ਹੇ। ਜੇ ਪੜ੍ਹੇ ਹੁੰਦੇ ਨਿਰਭੈ ਪਾਠ ਚਾਹੀਦਾ ਸੀ। ਉਹਨੇ ਇਹ ਵਿਚਾਰ ਨਹੀਂ ਕੀਤੀ ਕਿ ਮਹਾਰਾਜ ਇੱਥੇ ਸੰਸਕ੍ਰਿਤ ਦਾ ਅੱਖਰ ਨਹੀਂ ਲਿਖ ਰਿਹਾ, ਇੱਥੇ ਗੁਰਮੁਖੀ ਦਾ ਲਿਖ ਰਿਹਾ। ਗੱਜ ਕੇ ਬੋਲੋ ਵਾਹਿਗੁਰੂ। ਕਿਉਂਕਿ ਉਹ ਆਪ ਸੰਸਕ੍ਰਿਤ ਪੜ੍ਹਿਆ ਸੀ, ਦੂਜੀ ਬੋਲੀ ਪੜ੍ਹਿਆ ਨਹੀਂ ਸੀ। ਤੇ ਗੁਰੂ ਗ੍ਰੰਥ ਸਾਹਿਬ ਦੀ ਬੋਲੀਆਂ ਦਾ ਅੰਤ ਕੋਈ ਨਹੀਂ ਕਿੰਨੀਆਂ ਕਿ ਵੇਦ ਨਰੋਲ ਸੰਸਕ੍ਰਿਤ 'ਚ, ਆਪਣੀ ਲਿਪੀ ਨਹੀਂ ਦੇਵਨਾਗਰੀ 'ਚ ਲਿਖੇ। ਇੱਥੇ ਲਿਪੀ ਵੀ ਆਪਣੀ ਹੈ ਤੇ ਬੋਲੀ ਵੀ ਗੁਰਮੁਖੀ ਜਿਹੜੀ, ਔਰ ਇਹ ਸੰਪੂਰਨ ਬੋਲੀ ਹੈ। ਇਹਦੇ 'ਚ ਵਰਲਡ ਦੀ ਹਰ ਜ਼ਬਾਨ ਲਿਖੀ ਜਾਂਦੀ ਹੈ, ਬਾਕੀ ਜ਼ਬਾਨਾਂ 'ਚ ਦੂਜੀ ਜ਼ਬਾਨ ਨਹੀਂ ਲਿਖ ਹੁੰਦੀ। ਜਿਵੇਂ ਇੱਕ ਚਾਬੀ ਹੁੰਦੀ ਨਾ, ਇੱਕ ਨਟ ਵਾਲੀ, ਇੱਕ ਮਾਸਟਰ ਚਾਬੀ ਸਾਰਿਆਂ ਨੂੰ ਲੱਗ ਜਾਂਦੀ, ਇਹ ਗੁਰਮੁਖੀ ਐਸੀ ਹੈ। ਗੱਜ ਕੇ ਬੋਲੋ। ਤਾਂ ਹੀ ਮਹਾਰਾਜ ਕਹਿੰਦੇ ਗੁਰਮੁਖ ਨਾਦਮ, ਗੁਰਮੁਖ ਵੇਦਮ, ਗੁਰਮੁਖ ਰਹਿਸ। ਇਹ ਨਾਦ ਸ਼ਬਦ ਸਰੂਪ ਵੀ ਹੈ, ਵੇਦ ਗਿਆਨ ਸਰੂਪ ਵੀ ਹੈ। ਸੋ ਇਸ ਵਾਸਤੇ ਜੇ ਹੁੰਦਾ ਤੇ ਪੁੱਛਦੇ ਤੇ ਆਸਾ ਜੀ ਦੀ ਵਾਰ ਉਹਨੂੰ ਪੜ੍ਹੀ ਨਹੀਂ। ਪੂਰੇ ਸ਼ਬਦ ਵਿੱਚ ਭੈ ਸ਼ਬਦ ਲਿਖਿਆ। ਉੱਥੇ ਮਹਾਰਾਜ ਨੂੰ ਕੌਣ ਸਿਖਾ ਲਿਆ ਸੀ? ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲਿਆ ਤਖਤ ਦਰਿਆਓ। ਇਹ ਕਹਿੰਦੇ ਸ਼ੁੱਧ ਲਿਖਾਇਆ। ਇਹ ਵੀ ਮਹਾਰਾਜ ਦਾ ਆਚਾਰਿਆ ਹੋਇਆ ਪੂਰਾ ਸ਼ਬਦ, ਉੱਥੇ ਭੈ ਲਿਖਿਆ। ਤੇ ਬਾਕੀ ਜਿਹੜੇ ਪੈਗੰਬਰ ਲੋਕ ਹੁੰਦੇ ਉਹ ਸੁਤੰਤਰ ਹੁੰਦੇ ਆ, ਉਹਨਾਂ ਤੇ ਕਿਸੇ ਦਾ ਅੰਕੁਸ਼ ਨਹੀਂ। ਵਿਆਕਰਨ ਸਮਝਣ ਵਾਸਤੇ ਵਰਤਣੀ ਯੋਗ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦਰਗਾਹੀ ਬਾਣੀ ਹੈ, ਇਹਦੇ ਤੇ ਵਿਆਕਰਨ ਜ਼ਰੂਰੀ ਨਹੀਂ ਪਿਲਾਈ ਜਾਏ। ਗੱਜ ਕੇ ਬੋਲੋ। ਇਹ ਵਿਆਕਰਨ ਤੋਂ ਸੁਤੰਤਰ ਹੈ। ਠੀਕ ਹੈ, ਸਮਝਣ ਲਈ ਆਪਾਂ ਵਰਤਦੇ ਹਾਂ, ਵਰਤਣਾ ਕੋਈ ਹਰਜ ਨਹੀਂ। ਬਾਣੀ ਸੁਤੰਤਰ ਹੈ, ਦਰਗਾਹੀ ਬਾਣੀ ਹੈ, ਤੁਰਕੀ ਬਾਣੀ ਹੈ। ਇਸ ਵਾਸਤੇ ਭੈ ਵਿੱਚ ਨਿਰਭਉ ਪਾਇਆ। ਇੱਥੇ ਦੋਨੋਂ ਹੀ ਸ਼ਬਦ ਲਿਖਤੇ ਆ ਗੁਰਬਾਣੀ 'ਚ, ਭੈ ਵੀ ਲਿਖਤਾ, ਨਿਰਭਉ ਵੀ ਲਿਖਤਾ। ਉਹ ਸੁਤੰਤਰ ਹੈ। ਕਈ ਵਾਰੀ ਹੁਣ ਲੋਕ ਬੋਲੇ ਆ ਪਾਣੀ ਪੂਣੀ ਪੀ ਲਓ, ਰੋਟੀ ਰਾਟੀ ਖਾ ਲਓ, ਉਹਨੂੰ ਭੈ ਭਉ ਬੜਾ ਵਿਆਪ ਰਿਹਾ। ਸੋ ਇਸ ਵਾਸਤੇ ਹੁਣੇ ਵਿਆਖਿਆ ਇੱਕ ਇੱਕ ਅੱਖਰ ਦੀ ਕਰੀਏ, ਬੜਾ ਲੰਬਾ ਸਮਾਂ ਲੱਗ ਜਾਂਦਾ। ਤੇ ਬਾਹਰ ਵਿੱਚ ਢਾਡੀ ਸ਼ਬਦ ਭਾਈ ਆਇਆ ਤੇ ਢਾਡੀ ਸਿੰਘ ਵੀ ਹਾਜ਼ਰ ਹੋ ਗਏ। ਗੱਜ ਕੇ ਬੋਲੋ। ਨਿਰਭਉ, ਉਹ ਭਉ ਤੋਂ ਨਿਰ ਰਹਿਤ ਹੈ ਕਿ ਜਿਹੜਾ ਉਹਦਾ ਭਜਨ ਕਰਦਾ, ਜੋ ਮੂਲ ਮੰਤਰ ਦੇ ਵਿੱਚ ਵਿਸ਼ੇਸ਼ਣ ਆ, ਉਹ ਗੁਣ ਭਜਨ ਕਰਨ ਵਾਲੇ 'ਚ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਜਿਵੇਂ ਜਿਸ ਤਰ੍ਹਾਂ ਦੀ ਖੁਰਾਕ ਖਾਂਦੇ ਆ, ਬੁੱਧੀ ਤੇ ਮਨ ਤੇ ਉਹਦਾ ਅਸਰ ਹੁੰਦਾ, ਸਰੀਰ ਦੀ ਪ੍ਰਕਿਰਤੀ ਤੇ ਵੀ, ਤੇ ਬਾਣੀ ਦੇ ਵੀ ਜਿਹੜੇ ਸ਼ਬਦ ਆ ਉਹ ਮਨ ਤੇ ਅਸਰ ਪਾਉਂਦੇ ਆ। ਕੌੜਾ ਬੋਲ ਕੇ ਦੇਖ ਲਓ, ਉਹਦਾ ਵੀ ਅਸਰ ਹੈ, ਮਿੱਠਾ ਬੋਲ ਕੇ ਦੇਖ ਲਓ, ਉਹਦਾ ਵੱਖਰਾ ਅਸਰ ਹੈ। ਸੋ ਇਸ ਵਾਸਤੇ ਉਹ ਭੈ ਤੋਂ ਰਹਿਤ ਹੈ। ਨਿਰਵੈਰ, ਇੱਥੇ ਰਾਰੀ ਨੂੰ ਔਂਕੜਿਆ, ਜਿਹੜਾ ਔਂਕੜਿਆ ਵਿਆਕਰਨ ਦੇ ਲਿਹਾਜ਼ ਨਾਲ ਅੱਧੇ ਹੋੜੇ ਦੀ ਆਵਾਜ਼, ਨਿਰਵੈਰ। ਸੋ ਇਸ ਵਾਸਤੇ ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਬੈਰ ਤੋਂ ਰਹਿਤ ਹੈ। ਹੁਣ ਔਰੰਗਜ਼ੇਬ ਨਾਲ ਕਿੰਨੇ ਯੁੱਧ ਹੋਏ। ਜੇ ਬਹਾਦਰ ਸ਼ਾਹ ਸ਼ਰਨ 'ਚ ਡਿੱਗਿਆ, ਤਾਰਾਜ ਨੂੰ ਮਾਰਿਆ, ਫਿਰ ਉਹਨੂੰ ਰਾਜ ਦਿੱਤਾ। ਨਿਰਵੈਰ ਵੀ ਬੈਰ ਤੋਂ ਰਹਿਤ। ਬੈਰ ਖੋਟੀਆਂ ਆਦਤਾਂ ਤੋਂ ਰਹਿਤ ਕਰ ਦੇਣ ਵਾਲਾ ਹੈ, ਵੈਰ ਆਦਤ ਤੋਂ ਰਹਿਤ ਕਰ ਦੇਣ ਵਾਲਾ ਹੈ। ਅਕਾਲ ਮੂਰਤ,
ਉਹਦਾ ਜਿਹੜਾ ਮੂਰਤ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ। ਬਾਕੀ ਸਾਰੇ ਕਾਲ ਦੇ ਦਾਇਰੇ 'ਚ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਸ। ਕਾਲਨ ਕੋ ਕਾਲ, ਮਹਾ ਕਾਲਨ ਕੋ ਕਾਲ ਹੈ। ਕਾਲਾਂ ਦਾ ਜਿਹਨੂੰ ਮਹਾਕਾਲ ਕਹਿੰਦੇ ਉਹਦਾ ਵੀ ਉਹ ਕਾਲ ਸਰੂਪ ਹੈ। ਕਾਲ ਰਹਿਤ ਅਨਕਾਲ ਸਰੂਪ ਆ। ਉਹਦਾ ਜਿਹੜਾ ਸਰੂਪ ਹੈ ਉਹ ਕਾਲ ਕਲਪਨਾ, ਦੇਸ਼ ਕਾਲ ਤੋਂ ਉੱਪਰ ਹੈ, ਵਸਤੂ ਪ੍ਰਚੇਤ ਤੋਂ, ਜਾਤੀ ਵਿਜਾਤੀ ਸਗਤ ਭੇਦ ਇਹਨਾਂ ਤੋਂ ਵੀ ਰਹਿਤ ਹੈ। ਇਸ ਕਰਕੇ ਐਸਾ ਉਹਦਾ ਸਰੂਪ ਹੈ। ਕਾਲ ਦੇ ਮੂਹਰੇ ਲਾਤਾ ਐੜਾ ਅਕਾਲ। ਅਕਾਲ ਮੈਨੇ ਉੱਥੇ ਕਾਲ ਦੁਰਭਿੱਖ ਵੀ ਨਹੀਂ ਪੈਂਦਾ। ਉਹਦਾ ਲੰਗਰ ਭੰਡਾਰਾ ਸਦਾ ਹੀ ਚੱਲਦਾ ਰਿਹਾ। ਐਮਾਂ ਦੀ ਆਏ ਖੁਦਾਏ ਜਾਂ ਕਾ ਦੀਆ ਸਭ ਕੋ ਖਾਏ। ਇਹ ਸਾਰੀ ਬਖਸ਼ਿਸ਼। ਕਾਲ ਕਲਪਨਾ ਤੋਂ ਵੀ ਰਹਿਤ। ਕਾਲ ਜਿਹੜਾ ਸਮੇਂ ਦਾ ਵੀ ਉੱਤੇ ਪ੍ਰਭਾਵ ਨਹੀਂ ਪੈਂਦਾ। ਗਰਮੀ ਸਰਦੀ ਦਾ ਪ੍ਰਭਾਵ ਪੈਂਦਾ। ਹੁਣ ਕਾਲ ਜੋ ਗਿਆ ਜੀ, ਹੁਣ ਇਸ ਤਰ੍ਹਾਂ ਜੀ ਜਿਹੜਾ ਪਰਮੇਸ਼ਰ ਉੱਤੇ ਇਹਨਾਂ ਦਾ ਪ੍ਰਭਾਵ, ਜਿਹੜੇ ਉਹਦੀ ਬੰਦਗੀ ਕਰਦੇ ਆ ਉਹਤੇ ਤੇ ਵੀ ਕਲਯੁਗ ਦਾ ਪ੍ਰਭਾਵ ਨਹੀਂ ਪੈਂਦਾ। ਜਿਹੜਾ ਨਹੀਂ ਕਰਦਾ ਉੱਤੇ ਤਾਂ ਅਸਰ ਹੋਏਗਾ। ਅਕਾਲ ਮੂਰਤ, ਮੂਹ ਵਿਸ਼ੇਸ਼ ਕਰਕੇ ਅਸੀਂ ਉਹਦੇ ਨਾਲ ਰਤ ਪ੍ਰੀਤੀ ਕਰਨੀ ਚਾਹੁੰਦੇ ਹਾਂ। ਉਹਦਾ ਮੂਰਤ ਜਿਹੜਾ ਸਰੂਪ ਹੈ ਉਹ ਕਾਲ ਤੋਂ ਰਹਿਤ ਹੈ। ਐਸਾ ਉਹਦਾ ਸਵਰੂਪ ਹੈ। ਸੋ ਇਸ ਵਾਸਤੇ ਹੁਣ ਜਿਵੇਂ ਅਸੀਂ ਮਹਾਰਾਜ ਦੇ ਦਰਸ਼ਨ ਕਰਦੇ, ਕੋਈ ਪ੍ਰਸ਼ਨ ਕਰੇਗਾ ਕਿ ਉਹਨਾਂ ਦਾ ਇਸ ਤਰ੍ਹਾਂ ਦਾ ਸਰੂਪ ਹੈ, ਨੈਣ ਨਕਸ਼ ਇਸ ਤਰ੍ਹਾਂ ਦਾ ਰੰਗ, ਸੋ ਉਹ ਸ਼ੁੱਧ ਸਤਵੰਸ਼ ਮਾਇਆ ਤੋਂ ਸਾਡੇ ਭਲੇ ਲਈ ਰਚਿਆ ਹੋਇਆ। ਵੈਸੇ ਉਹ ਨਹੀਂ ਜਿਵੇਂ ਸਾਡਾ ਸਰੀਰ ਤਮੋ ਗੁਣ ਪ੍ਰਧਾਨ ਵਿਦਿਆ ਤੋਂ ਹੱਡੀਆਂ ਪਸਾਈਆਂ, ਨਜ਼ਰ ਇਸ ਤਰ੍ਹਾਂ ਹੀ ਹੁੰਦਾ। ਪਰ ਨਹੀਂ, ਉਹ ਜਿਹੜਾ ਪ੍ਰਮਾਤਮਾ ਅਜਨਮਾ ਵੀ ਹੈ ਦੱਸਣਗੇ ਗਾ। ਕਿਉਂਕਿ ਜਦੋਂ ਮਾਤਾ ਜਿਹੜੀ ਹੈ ਉਹਨੂੰ ਐ ਹੁੰਦਾ ਮੇਰੇ ਪੇਟ 'ਚ ਬੱਚਾ, ਉਹ ਪੇਟ ਵਿੱਚ ਐਸੀ ਬਾਜੂ ਹੁੰਦੀ ਹੈ, ਜਦੋਂ ਅਵਤਾਰ ਆਉਂਦਾ ਐਸੀ ਮਾਇਆ ਦੀ ਕਨਾਤ ਤਣਦੀ ਹੈ ਤੇ ਉਹ ਆਪਣੀ ਇੱਛਾ ਵਿੱਚ ਹੀ ਆਪਣੇ ਆਪ ਦਾ ਪ੍ਰਾਦੁਰਭਾਵ ਕਰਦਾ ਹੈ। ਇੱਕ ਸੰਸਾਰਕ ਮਰਜ਼ਾਦਾ। ਸੋ ਸਾਧ ਸੰਗਤ ਜੀ ਨੂੰ ਕਿਹਾ ਸੋ ਮੁਖ ਜਲੋ ਜਿਤ ਕਹੈ ਠਾਕਰ ਜੋਨੀ। ਉਹਦਾ ਜੋਨੀ ਚਾਹੁੰਦਾ ਨਹੀਂ, ਉਹਦੀ ਆਪਣੀ ਖੇਲ ਹੈ। ਹੁਣ ਜਿਵੇਂ ਨਰਸਿੰਘ ਜਦੋਂ ਆਇਆ ਉਦੋਂ ਕਿਹਨੂੰ ਜਨਮ ਲੈ ਕੇ ਆਇਆ ਸੀ? ਬਾਵਨ ਆਇਆ। ਕੋਈ ਦੱਸ ਸਕਦਾ ਬਾਵਨ ਕਿਹਨੂੰ ਜੰਮਿਆ? ਗੱਜ ਕੇ ਬੋਲੋ। ਇਹ ਤਾਂ ਕਈ ਵਾਰੀ ਕਿਸੇ ਮਾਤਾ ਪਿਤਾ ਦੀ ਬੰਦਗੀ ਹੁੰਦੀ ਹੈ, ਉਹਨਾਂ ਨੂੰ ਬਖਸ਼ਿਸ਼ ਦੇਣ ਵਾਸਤੇ ਹੈ। ਸਾਰਿਆਂ ਦਾ ਪਿਓ ਪੁੱਤਰ ਕਹਾਉਂਦਾ, ਕਿਉਂਕਿ ਉਹਦਾ ਜਨਮ ਨਹੀਂ ਲਿਖਿਆ। ਭਾਈ ਗੁਰਦਾਸ ਦੀ ਬਾਤ ਪੜ੍ਹੋ, ਸਤਿਗੁਰ ਨਾਨਕ ਪ੍ਰਗਟਿਆ। ਜੰਮਿਆ ਤਾਂ ਨਹੀਂ ਲਿਖਿਆ, ਜੰਮਿਆ ਥੋੜੀ ਲਿਖਿਆ, ਪ੍ਰਗਟਿਆ ਲਿਖਿਆ। ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇਹ ਧਰਤ ਅਵਤਾਰਾ। ਅਵਤਾਰ ਦਾ ਮਤਲਬ ਜਿਹੜਾ ਉਤਰਦਾ ਹੈ ਧਰਤੀ ਤੇ, ਭਲੇ ਵਾਸਤੇ ਆਉਂਦਾ ਹੈ। ਸੋ ਇਸ ਵਾਸਤੇ ਕਹਿੰਦੇ ਉਹਦਾ ਜਿਹੜਾ ਸਰੂਪ ਹੈ ਉਹ ਅਲੌਕਿਕ ਹੈ। ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ, ਕੋਹਪਨ ਕੋਕਲਾ ਤਰਲ ਜਵਾਨੀ। ਉਹ ਇੱਛਾ ਵਿੱਚ ਕਈ ਖੇਲ। ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਗਏ ਹੈ ਇਸ ਚੋਜ ਨੂੰ ਆਪੇ ਜਾਣਦੇ ਆ। 10ਵੇਂ ਪਾਤਸ਼ਾਹ ਉਹਨਾਂ ਦੀ ਵੀ ਲੀਲਾ ਉਹੀ ਜਾਣਦੇ ਆ, ਕਿਉਂਕਿ ਇਹ ਚੀਜ਼ਾਂ ਬੁੱਧੀ ਦੇ ਦਾਇਰੇ ਤੋਂ ਉੱਪਰ ਦੀਆਂ। ਜਿਹੜੇ ਮਨ ਬੁੱਧੀ ਦੇ ਦਾਇਰੇ 'ਚ ਵਿਚਰਨ ਵਾਲੇ ਲੋਕ ਆ ਉਹਨਾਂ ਨੂੰ ਅਸਚਰਜ ਵੀ ਲੱਗਦਾ, ਪਰ ਉਹ ਵਾਹਿਗੁਰੂ ਹੈ ਹੀ ਅਸਚਰਜ ਰੂਪ। ਉਹਦਾ ਨਾਮ ਵਾਹਿਗੁਰੂ। ਇਹਦੇ ਤੇ ਸ਼ੰਕਾ ਕੀਤੀ ਵੀ ਕੀ ਜਾ ਸਕਦੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਕੋਈ ਕਹਿੰਦਾ ਸਿਆਮ ਮੂਰਤ ਆ, ਕੋਈ ਕਿਸੇ ਤਰ੍ਹਾਂ ਦੱਸਦਾ, ਤੁਸੀਂ ਉਹਦੇ ਸਰੂਪ ਬਾਰੇ ਦੱਸੋ। ਇੰਨਾ ਹੀ ਕਿਹਾ ਆਵਾਜ਼, ਉਹ ਅਸਚਰਜ, ਕੁਝ ਦੱਸਿਆ ਨਹੀਂ ਜਾ ਸਕਦਾ। ਮੰਤਰ ਇੰਨਾ ਹੀ ਆ।
ਕਿ ਗੁਰੂ ਕਿਉਂ ਲਾਇਆ? ਉਹ ਜਿਹੜਾ ਅਸਚਰਜ ਸਰੂਪ ਆ ਉਹ ਗੁਰੂ ਦੁਆਰਾ ਸਾਖਿਆਤ ਹੁੰਦਾ ਹੈ। ਗੱਜ ਕੇ ਬੋਲੋ ਵਾਹੇ ਨਿਰਗੁਣ ਦਾ, ਗੁਰੂ ਸਰਗੁਣ ਦਾ, ਦੋਨੋਂ ਇਕੱਠੇ ਕਰਤੇ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਸੋ ਇਸ ਵਾਸਤੇ ਕਹਿੰਦੇ ਅੱਗੇ ਅਜੂਨੀ ਸਹਿ ਭੰਗ। ਕਈ ਹੁਣ ਇੱਥੇ ਆਜੂਨੀ ਕਹਿ ਦਿੰਦੇ, ਐੜਾ ਨਹੀਂ ਲਾਉਣਾ। ਅਜੂਨੀ ਜੋਨੀਆਂ ਤੋਂ ਰਹਿਤ ਆ, ਜੋਨੀ ਦੁਆਰਾ ਉਹਦਾ ਜਨਮ ਨਹੀਂ ਹੁੰਦਾ। ਉਹ ਆਪਣੇ ਆਪ ਦਾ ਪ੍ਰਾਦੁਰਭਾਵ ਕਰਦਾ ਹੈ, ਜਦੋਂ ਮਰਜੀ ਪ੍ਰਗਟ ਹੋ ਸਕਦਾ। ਹੁਣ ਤੁਸੀਂ ਕਿੰਨੇ ਮਾਈ ਭਾਈ ਗੁਰਸਿੱਖ ਬੈਠੇ ਆ, ਜੇ ਤੁਹਾਡੀ ਸ਼ਰਧਾ ਪ੍ਰੇਮ ਅਵਸਥਾ ਜਿਹਦੇ ਨਾਲ ਤੁਹਾਡਾ ਲਬਾਲਬ ਭਰ ਜਾਏ, ਤੁਹਾਨੂੰ ਸਾਰਿਆਂ ਨੂੰ ਐਟ ਏ ਟਾਈਮ ਮਹਾਰਾਜ ਦਰਸ਼ਨ ਦੇ ਸਕਦੇ। ਜਿੰਨੇ ਖੰਡ ਬ੍ਰਹਮੰਡ ਆ, ਜੇ ਉੱਥੇ ਉਹਨਾਂ ਨੂੰ ਕੋਈ ਯਾਦ ਕਰੇ ਉਨੇ ਹੀ ਸਰੂਪ ਧਾਰ ਸਕਦੇ ਆ। ਉਦੋਂ ਕਿਹੜੀ ਮਾਤਾ ਨੂੰ ਜਨਮ ਧਾਰ ਕੇ ਦਰਸ਼ਨ ਦਿੰਦੇ ਆ? ਗੱਜ ਕੇ ਬੋਲੋ ਚੋਜੀ ਮੇਰੇ ਪਿਆਰਿਆ, ਹਰ ਭਰਮ ਮੇਰਾ ਚੋਜੀ ਜਿਉ। ਆਪੇ ਕਾਨੋ ਪਾਇਦਾ ਪਿਆਰਾ, ਆਪੇ ਗੋਪੀ ਖੋਜੀ ਜਿਉ। ਇਸ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਅਦਾਸੀਆਂ ਤੋਂ, ਪਿਤਾ ਸ਼੍ਰੀ ਮਹਿਤਾ ਕਲਿਆਣ ਚੰਦਰ ਜੀ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦਾ ਸਰਾਧ ਹੈ, ਆਪ ਕਿਰਪਾ ਕਰੋ, ਜੇ ਤੁਹਾਡੀ ਇੱਛਾ। ਤੇ ਕਹਿੰਦੇ ਅੱਛਾ ਪਿਤਾ ਜੀ, ਆ ਜਲ ਵਰਤ ਲਓ। ਜਲ ਵਰਤਿਆ, ਅੱਖਾਂ ਮੀਟੋ ਖੋਲੋ, ਕੀ ਦੇਖਦੇ ਆ? ਸਾਰੇ ਬਜ਼ੁਰਗ ਆ ਕੇ ਮਹਿਤਾ ਕਲਿਆਣ ਚੰਦਰ ਜੀ ਨੂੰ ਨਮਸਕਾਰਾਂ ਕਰ ਰਹੇ ਆ। ਕਹਿਣ ਲੱਗੇ ਮਹਿਤਾ ਜੀ ਤੁਸੀਂ ਧੰਨ ਹੋ, ਜਦੋਂ ਦੇ ਸਾਡੀ ਕੁਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਆ, ਸਾਰੇ ਪਿੱਤਰ ਮੁਕਤ ਹੋ ਗਏ। ਗੱਜ ਕੇ ਬੋਲੋ ਤੁਸੀਂ ਹੁਣ ਸਰਾਧ ਕਿਹਨੂੰ ਖਿਲਾਉਣਾ ਹੈ? ਫੇਰ ਸਮਝੇ ਕਿੰਨੇ ਮਹਾਨ ਸੀ, ਮੈਂ ਕੀ ਸਮਝਦਾ ਰਿਹਾ? ਬਾਬੇ ਮਾਇਆ ਪਾਟ। ਕਿਉਂਕਿ ਜੇ ਪਤਾ ਲੱਗਦਾ ਮੇਰਾ ਪੁੱਤਰ ਇੰਨਾ ਮਹਾਨ ਹੈ, ਉਹ ਨਹੀਂ ਜਾਣ ਕਿੱਥੋਂ ਦੇਣਾ ਸੀ। ਕਿਸੇ ਦਾ ਪੁੱਤ ਨਿਕੰਮਾ ਤੋਂ ਨਿਕੰਮਾ ਵੀ ਹੋਏ, ਮਾਪੇ ਤਾਂ ਉਹਨੂੰ ਨਹੀਂ ਨਿਕਲ ਦਿੰਦੇ। ਗੁਰੂ ਨਾਨਕ ਪਾਤਸ਼ਾਹ ਨੂੰ ਕਿੱਥੋਂ? ਉਹ ਮਹਾਰਾਜ ਲੀਲਾ ਸੀ, ਚੋ ਜਹਾਨ ਦੀ। ਸੋ ਇਸ ਵਾਸਤੇ ਅਜੂਨੀ ਉਹ ਜੂਨੀਆਂ ਤੋਂ ਰਹਿਤ ਹੈ। ਜੇ ਉਹ ਜੂਨੀਆਂ 'ਚ ਜਿਹੜਾ ਆਉਂਦਾ ਤੇ ਉਹਨੂੰ ਤੇ ਜੂਨੀਆਂ ਦਾ ਫਲ ਵੀ ਭੋਗਣਾ ਪੈਂਦਾ, ਜਿਹੋ ਜਿਹੇ ਕਰਮ ਹੈਗੇ। ਪਰ ਉਹ ਤਾਂ ਅਜੂਨੀ ਜੂਨੀਆਂ ਤੋਂ ਰਹਿਤ, ਜੂਨੀਆਂ ਨੂੰ ਕੱਟਣ ਵਾਸਤੇ ਆਇਆ ਹੈ। ਸਹਿ ਭੰਗ। ਸਵੈ ਅੱਖਰ ਤੋਂ ਆਪਣੇ ਆਪ, ਸਹਿ ਭੰਗ ਤੋਂ ਮੈਨੇ ਸਵੈ, ਆਪਣੇ ਆਪ ਤੋਂ ਭੰਗ ਮੈਨੇ ਪ੍ਰਕਾਸ਼ ਰੂਪ। ਇੱਥੇ ਭੰਗ ਨਹੀਂ ਪੜਨਾ, ਭੰਗ ਮੈਨੇ ਹੁੰਦਾ ਨਾਸ ਹੋ ਜਾਣਾ, ਜਾਂ ਦੂਜੀ ਹਰੀ ਹਰੀ ਭੰਗ ਨਾ ਜਾਣ ਲਿਓ। ਗੱਜ ਕੇ ਬੋਲੋ ਪ੍ਰਕਾਸ਼ ਰੂਪ। 6 ਜੋਤੀਆਂ, ਸੂਰਜ ਹੈ, ਚੰਦਰਮਾ, ਤਾਰੇ, ਬਿਜਲੀ ਹੈ ਤੇ ਆਗਿਆ ਤੇ ਬੁੱਧੀ ਨੂੰ ਵੀ ਕਈ ਮੰਨਦੇ ਆ, ਕਈ ਟਣਾਣੇ ਨੂੰ ਮੰਨਦੇ ਆ। ਇਹ ਪਰਤੇ ਪ੍ਰਕਾਸ਼ ਹੈ, ਭਾਵ ਦੂਸਰੇ ਦੁਆਰਾ। ਉਹ ਜਿਹੜਾ ਪਰਮਾਤਮਾ ਉਹ ਕਿਸੇ ਦੁਆਰਾ ਪ੍ਰਕਾਸ਼ ਨਹੀਂ। तसे भाषा सर्वमिदं भवाति, उसी के प्रकाश करके सारिया में प्रकाश हो रहा है। तिसकै चानन सब में चानन होए, गुर साखी जोत प्रगट हो। वो अपने आप प्रकाश हो। पर जदों धातु योग सी ना, अनपढ़ता बहुत सी, बंदे नूं हाले इन्नी सोझी नहीं सी। एक पिंड विच वो सारे जी लोई लोई रोटी खा लिया करन, सूरज छिप जाना, हनेरा हो जाना, हनेरे तो डरदे। उत्थे बीबी कोई आ गई, पढ़े लिखे परिवार की ब्याही हो, वो सारे शाम नूं ही पल्ले फड़ियो ऐ धक्की जान। वो बीबी कहन लगी ये की करते हैं? कहते जी हनेरा बड़ा तंग करता, इनू असीं कढ़ रहे हैं भी दौड़ जा इत्थों। वो बीबी सियाणी सी, वो कहन लगी महाराज तुसीं खेचल ना करो, बैठो रेस्ट करो। कहते जी इवें किवें? कहते मैं हुण एक खिन च हनेरा दौड़ा दूंगी। वो नहीं कहा भी बीबी दे कोल कोई जादू है,
ਅਲਾਦੀਨ ਦਾ ਚਿਰਾਗ ਹੈ। ਉਹ ਕਹਿੰਦੇ ਕਿਵੇਂ ਤੂੰ ਕਰ ਦੇਂਗੀ? ਉਹ ਬੀਬੀ ਨੇ ਜੀ ਦੀਵੇ 'ਚ ਤੇਲ ਪਾਇਆ, ਬੱਤੀ ਪਾਈ ਤੇ ਅੱਗ ਲਾ ਦਿੱਤੀ ਤੇ ਇੱਕ ਖਿੰਚ 'ਚ ਹਨੇਰਾ ਦੌੜ ਗਿਆ। ਦੀਵਾ ਵਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਅੱਜ ਦਾ ਸੰਸਾਰ ਭਾਵੇਂ ਵਿਗਿਆਨ ਦਾ ਯੁੱਗ ਆ, ਉਹ ਕਿਤਾਬੀ ਗਿਆਨ ਦੁਆਰਾ ਅਗਿਆਨਤਾ ਦਾ ਹਨੇਰਾ ਦੂਰ ਕਰਨਾ ਚਾਹੁੰਦਾ ਹੈ। ਪਰ ਜਦੋਂ ਤੱਕ ਅੰਤਿਸ਼ਕਰਨ ਨੂੰ ਚਮੁਖੀਆ ਦੀਵਾ ਬਣਾ ਕੇ ਇਹਦੇ 'ਚ ਪ੍ਰੇਮ ਦਾ ਤੇਲ ਨਹੀਂ ਪਾਉਂਦੇ, ਕਰਨਾ ਮੈਤਰੀ ਮੁਦਤਾ ਦੀਆਂ ਬੱਟੀਆਂ ਨਹੀਂ ਪਾਉਂਦੇ, ਗਿਆਨ ਦੀ ਤੀਲ ਨਹੀਂ ਲਾਉਂਦੇ, ਇਹ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋਏਗਾ। ਇਸ ਵਾਸਤੇ ਜਦੋਂ ਸਤਿਗੁਰ ਸ਼ਬਦ ਅਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਬਾਹਰ ਦਾ ਪ੍ਰਕਾਸ਼ ਤਾਂ ਬਹੁਤ ਪੈਦਾ ਕਰ ਲਿਆ, ਨਿਊ ਲਾਈਟ ਦਾ ਯੁੱਗ ਆ, ਪਰ ਇਸ ਨਿਊ ਲਾਈਟ ਦੇ ਯੁੱਗ ਵਿੱਚ ਅਗਿਆਨ ਇੰਨਾ ਵੱਧ ਗਿਆ, ਇੱਕ ਦੂਏ ਤੇ ਪ੍ਰਤੀਤ ਹੀ ਨਹੀਂ ਰਹਿ ਗਈ। ਅਸੀਂ ਬੈਠੇ ਹਾਂ, ਆਉਨੇ ਇੱਧਰ 2-2 4-4 ਵਾਰ ਡਿਵੋਰਸ ਹੋ ਰਹੇ ਆ, ਗੱਜ ਕੇ ਬੋਲੋ ਵਾਹਿਗੁਰੂ। ਇਹਨਾਂ ਨੇ ਬੱਚੇ ਆ, ਉਹਨਾਂ ਤੇ ਤਰਸ ਨਹੀਂ। ਇਹ ਮੇਰੀ ਅੰਸ਼ ਹੈ, ਕੰਨਿਆ ਮਾਰ ਰਹੇ, ਹੁਕਮਨਾਮੇ ਬਹੁਤ ਜਾਰੀ ਹੁੰਦੇ ਆ। ਹਾਲੇ ਤਾਂ ਸਾਤੋਂ ਗੁਰੂਆਂ ਦੇ ਹੁਕਮ ਨਹੀਂ ਮੰਨ ਹੋਏ, ਗੱਜ ਕੇ ਬੋਲੋ। ਜਿੰਨੇ ਕੋ ਹੁਕਮਨਾਮੇ ਮਹਾਰਾਜ ਜਾਰੀ ਕਰ ਗਏ, ਉਹਨੇ ਕੇ ਮੰਨ ਲਈਏ, ਉਹੀ ਬਹੁਤ ਹੈ। ਉਹ ਕਿਹੜੇ ਮੰਨੇ? ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਉਹ ਸੈਭੰ ਪ੍ਰਕਾਸ਼ ਰੂਪ ਹੈ, ਆਪਣੇ ਆਪ ਤੋਂ ਜਿਹੜਾ ਉਹਦਾ ਆਸਰਾ ਲੈਂਦਾ, ਉਹਦੇ ਅੰਦਰ ਵੀ ਪ੍ਰਕਾਸ਼ ਪੈਦਾ ਕਰ ਦੇਣਾ। ਪ੍ਰਕਾਸ਼ ਬਾਹਰੋਂ ਨਹੀਂ ਆਉਣਾ, ਤੁਹਾਡੇ ਅੰਦਰ ਪ੍ਰਕਾਸ਼ ਰੂਪ ਆਤਮਾ ਬੈਠੀ ਹੈ, ਉਹਦੇ ਦੁਆਲੇ ਅਵਰਣ ਆਏ ਹੈ। ਅੱਜ ਜਿੰਨਾ ਸੇਵਾ ਸਿਮਰਨ ਸਤਸੰਗ ਭਜਨ ਕਰਦੇ ਆ, ਇਹ ਆਤਮਾ ਨੂੰ ਪੈਦਾ ਕਰਨ ਲਈ ਨਹੀਂ ਕਰ ਰਹੇ। ਉਹ ਜਿਹੜੇ ਅਵਰਣ ਪੜਦੇ ਆ, ਉਹ ਜਦੋਂ ਨਿਵਰਤ ਹੋ ਜਾਣਗੇ, ਉਹ ਪ੍ਰਕਾਸ਼ ਤੁਹਾਡੇ ਅੰਦਰੋਂ ਹੀ ਪ੍ਰਗਟ ਹੋ ਜਾਏਗਾ। ਬਾਹਰੋਂ ਨਹੀਂ ਆਉਣਾ ਕਿਤੇ, ਅੰਦਰ ਹੀ ਹੈ। ਉਹਦੇ ਵਾਸਤੇ ਪਰਿਸ਼ਾਰਥ ਤੇ ਪ੍ਰਾਰਥਨਾ ਦੋਹਾਂ ਦੀ ਲੋੜ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ। ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਅਜਿਹੇ ਗੁਣਾਂ ਵਾਲਾ ਜੋ ਵਾਹਿਗੁਰੂ ਗੁਰੂ ਦੀ ਦੱਸੀ ਹੋਈ ਯੁਗਤੀ ਦੁਆਰਾ ਜਦੋਂ ਅਭਿਆਸ ਕਰਦੇ ਹਾਂ, ਉਹ ਪ੍ਰਗਟ ਹੁੰਦਾ ਹੈ। ਔਰ ਇੱਥੇ ਕਈ ਪ੍ਰਸ਼ਾਦ ਕਰਦੀਆਂ, ਖਾਸ ਕਰਕੇ ਮਾਈਆਂ ਪ੍ਰਸ਼ਾਦ ਫੁੱਲੀਆਂ ਪਤਾਸਿਆਂ ਦਾ ਕੜਾਹ ਪ੍ਰਸ਼ਾਦ ਵੀ ਹੋ ਸਕਦਾ, ਪਰ ਇੱਥੇ ਹੈ ਪ੍ਰਸਾਦ। ਇਹ ਕਿਰਪਾ ਦਾ ਵਾਚਕ ਹੈ, ਪ੍ਰਸਾਦ ਆਨੰਦ ਦਾ ਵਾਚਕ ਹੈ, ਸੁੱਖ ਦਾ ਵਾਚਕ ਹੈ। ਸੋ ਇਸ ਵਾਸਤੇ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਇੱਥੇ ਤੱਕ 36 ਅੱਖਰਾਂ, ਜਿਹੜਾ ਵੱਡਾ ਗਾਇਤਰੀ ਮੰਤਰ ਹੈ, ਉਹਦੇ 36 ਅੱਖਰ ਹੁੰਦੇ ਆ। ਜਿਹੜੀ ਛੋਟੀ ਗਾਇਤਰੀ ਹੈ, ਉਹਦੇ 24 ਹੈ। ਇੱਥੇ ਮਹਾਰਾਜ ਨੇ 36 ਅੱਖਰਾਂ ਲਿਖਿਆ, ਜਾਪ ਸਾਹਿਬ ਦੇ ਵਿੱਚ 24 ਅੱਖਰ। ਚਾਚਰੀ ਛੰਦ ਗੋਬਿੰਦੇ ਮੁਕੰਦੇ ਅਦਾਰੇ ਅਪਾਰੇ, ਹਰੀਨ ਕਰੀਮ ਨਿਰਨਾਮੇ ਅਕਾਮੇ। ਇਹ 24 ਅੱਖਰੀ, ਇਹ 24 ਅੱਖਰੀ ਗਾਇਤਰੀ ਹੈ। ਜਾਪ ਸ਼ਬਦ ਜਿਹੜਾ ਹੈ, ਇਹ ਸੰਸਕ੍ਰਿਤ ਦਾ ਪਾਠ ਹੁੰਦਾ, ਵੱਡਾ ਵਿਕਾਰ ਗਾਉ। ਇਹਦੇ ਮੈਨੂੰ ਹੁੰਦਾ ਵੇਦ। ਵੇਦ ਤੋਂ ਮਤਲਬ ਹੈ ਗਿਆਨ। ਇਹ ਜਾਪ ਅੱਖਰ ਦਾ ਮਤਲਬ ਹੈ ਗਿਆਨ। ਜੇ ਤੁਸੀਂ ਗਿਆਨ ਲੈਣਾ ਚਾਹੁੰਦੇ ਹੋ, ਜੋ ਉੱਪਰ ਲਿਖਿਆ ਉਹਦਾ ਜਾਪ ਕਰੋ। ਇਹ ਜਪਜੀ ਸਾਹਿਬ ਜੀ ਦਾ ਸਿਰਲੇਖ ਹੈ, ਕਿਉਂਕਿ ਜੀ ਤੇ ਸਾਹਿਬ ਅਸੀਂ ਕੋਲੋਂ ਲਾਇਆ। ਆਦਵਸਤ ਰਹਿਤਨਾਮਾ ਲਿਖਿਆ, ਬਿਨ ਜਪ ਜਾਪ ਜੀਵੈ ਜੋ ਪ੍ਰਸਾਦ, ਦੇਸ਼ਟਾ ਕਾ ਕਰਮ ਜਨਮ ਗਵਾਇਓ ਬਾਤ। ਉਧਰ ਜਾਪ ਹੈ, ਜਿਹਦੇ ਨਾਲ ਕੰਨਾ ਲਾਤਾ ਦਸਮ ਗੁਰੂ ਜੀ ਨੇ, ਇੱਥੇ ਕੱਲਾ ਜਾਪ ਹੈ। ਇਸ ਮੰਤਰ ਦਾ ਜਾਪ ਕਰਕੇ ਆਪਣੀਆਂ ਬਾਸ਼ਨਾ ਨੂੰ ਜਪਤ ਕਾਬੂ ਕਰੋ, ਔਰ ਇਹਦੇ ਦੁਆਰਾ ਗਿਆਨ ਲੈਣਾ ਕਰੋ। ਗੁਰ ਪ੍ਰਸਾਦ ਤੇ ਜਦੋਂ ਮਹਾਰਾਜ ਸੱਚਖੰਡ ਗਏ, ਜਿਵੇਂ ਸਾਖੀਕਾਰ ਦੱਸਦੇ ਆ ਕਿ ਬਾਣੀ ਹੋਈ
जिन्ने भी पैगंबर भेजे गए सारे आपो अपना ही जाप कराई गए। ते तुसीं नानक तपा जी कहन लगे महाराज शब्द बख्शो। कहते फिर ये शब्द बख्शिश होया। जदों फिर महाराज सारियां अरदासियां करके गए ते पूछया किवें जपाया। वो फिर अगे हजूर ने बख्शिश की है, पर इत्थे तक ही मंगल है वो जपजी साहब दे विच। ते हुण इत्थे बड़ा बवाद चलदा कि मूल मंत्र गुरप्रसाद जां होसी भी। महापुरख ये गल कहंदे आ कि उन्हां दे गुरु ने उन्हां नूं गुरप्रसाद नहीं दिता। साडे गुरु श्री गुरु नानक देव जी है। जप आद सच जुगाद सच है भी सच नानक होसी भी सच। ये भी जरूर चाहिए। गज के बोलो ये भी चाहिए। ये मूल मंत्र की व्याख्या की, सतनाम की व्याख्या की। इन्हां गल्लां दे बाद विवाद नहीं करना चाहिए, क्योंकि पूरे का किया सब किश पूरा घट वध किश ना। मैनू बड़ी हैरानी हुंदी है जदों इन्हां गल्लां नूं करदे इत्थे करिए उत्थे करिए, ना उन्हें गुरप्रसाद नहीं करना ना होसी नहीं करना, ते जिन कमाई करनी हो इन्हां गल्लां 'च पैंदा ही नहीं। गल तां कमाई दी है। ये तो सारे अखर पूरे मिश्री की छोटी डली है, चाहे पहाड़ या मिठास इको जी है। बोले सो निहाल। चाहे सारा जपजी साहब करी जो। कई कहते छोटा शब्द चाहिए। सब नाद वेद गुरबाणी। जे गुरबाणी च मन लगता गुरबाणी पढ़ो। जपजी साहब सुखन वो पढ़ लो, मूल मंत्र लगता वो पढ़ लो, गुरमंत्र लगता वो कर लो। ये सारा एक स्वरूप है, इन्हां च कोई भेद नहीं जानना। ये नोट कर लो, इन्हां च कभी भेद नहीं जानना। ये सारा महाराज का स्वरूप है। बाबा नानक सिंह महाराज कहते जे महाराज तुहानू मेरे वाले नेत्र देन ते गुरु महाराज का एक एक लग मात्र दे विच गुरु नानक पातशाह का स्वरूप है। बोले सो निहाल। अज बड़े अफसोस की गल है। हुण मैं उदण भी व्याख्या संखेप दसिया सी। होले महल्ले ते एक सिंह आया सी अमेरिका तो। उन्हें दसिया साडे उत्थे एक सैमीनार होया, उहदे च सारी वर्ल्ड दे धर्मां दे उन्होंने 14 धर्म पुस्तकां दी चोण की। 14 की फिर पड़चोल करन तो बाद 14 चों 4 लै, 4 चों 2 लै, 2 चों फिर महाराज का स्वरूप आ गया। फिर उन्होंने ये फैसला दिता कि बाकी सारियां च आपो अपनियां गल्लां कीतियां। दुनिया के उत्ते धन श्री गुरु ग्रंथ साहब इको एक है जिहदे च नरोल अकाल पुरख की गल है। बोले सो निहाल। सत श्री अकाल। हुण वो सैमीनार नहीं कीता, उन्होंने ये फैसला दिता ते हिंदुस्तान की सुप्रीम कोर्ट ने गुरु ग्रंथ साहब नूं साक्षात गुरु मनिया कानूनी तौर पर। अज देखो एडा फॉरवर्ड देश, प्रबंध किन्ने थां थां कैमरे लगे है, कोई गड्डी नहीं तेज भजा सकता। पर इस देश दे विच भी ऐसी मंदभागी घटना हुई है कि गुरुद्वारा साहब दिनां दी भी अंदर माइयां सुखमणी पढ़दियां ते गुरु ग्रंथ साहब का घोर अपमान होया होवे। कितनी वड्डी एडी वड्डी घटना हुई है, क्योंकि असीं सुते हैं, आपो अपने धंधियां च गलतान है, नशियां ने, साडी फुट ईरखा ने। ते जे होवे कि इस घर का कोई बेली वारस आया, उत्थे माड़ा बंदा कित्थों बढ़ जाऊगा। जदों पहरेदार कमजोर होवे कई कुछ हो जाता। हुण देख लो की है। सो इस वास्ते बड़ा दुख आउंदा। पर नौजवान बच्चे
ਜਿਹੜੇ ਸੰਦਵਾ ਠਾਕਰ ਨੇ ਪ੍ਰਭਾਵ ਇੱਧਰ ਆਏ, ਇੱਧਰ ਦੀ ਬੋਲੀ ਬਹੁਤੀ ਗੁਰਮੁਖੀ ਨਹੀਂ, ਉਹਨਾਂ ਬੱਚਿਆਂ ਨੇ ਜਿਵੇਂ ਸੇਵਾ ਨਿਭਾਈ ਅਖੀਰ ਤੱਕ ਤੇ ਹਾਲੇ ਵੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਤਨੀ ਸਾਂਝੀ ਗੁਰਬਾਣੀ ਉਹਨਾਂ ਪਾਪੀਆਂ ਦੇ ਹਿਰਦੇ ਕਿਵੇਂ ਮਨਮੁਖ ਫੀਕਾ ਸੈਲਾ ਅਬ ਅੰਤਰ ਸੁਖ, ਜਿਹੜੇ ਮਨਮੁਖ ਲੋਕ ਫਿੱਕੇ, ਜਿਨ੍ਹਾਂ ਦੇ ਜੀਵਨ ਕੋਈ ਰਸ ਨਹੀਂ, ਜਿਵੇਂ ਪੱਥਰ ਪਾਣੀ 'ਚ ਹਜ਼ਾਰਾਂ ਸਦੀਆਂ ਜੋਗ ਰੱਖ ਲਓ, ਜਦੋਂ ਕੱਢੋਗੇ ਸੁੱਕਾ। ਐਸੇ ਕਠੋਰ ਮਨ ਵਾਲੇ ਲੋਕ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ੇ, ਇਹ ਤੁਹਾਨੂੰ ਇੱਕ ਬਹੁਤ ਵੱਡਾ ਚੈਲੰਜ ਮਿਲਿਆ ਸਾਡੇ ਅਵੇਸਲੇਪਨ ਤੋਂ। ਬਾਕੀ ਗੁਰੂ ਘਰਾਂ 'ਚ ਜਿੱਥੇ ਸੇਵਾ ਸੰਭਾਲ ਦੀ ਕਮੀ ਹੈ ਉਹ ਦੂਰ ਕਰਨੀ ਚਾਹੀਦੀ ਹੈ। ਮਹਾਰਾਜ ਨੇ ਆਪਣੇ ਬਲੀਦਾਨ ਦੇ ਕੇ ਤੁਹਾਨੂੰ ਇਹ ਦੱਸਿਆ ਵੀ ਮੇਰੇ ਨਾਲ ਤੁਹਾਡਾ ਪ੍ਰੇਮ ਕਿੰਨਾ ਕਰੋ, ਤੁਸੀਂ ਕਿੱਥੇ ਖੜ ਗਏ। ਆਪਣੇ ਨਿਆਣੇ ਦੇ ਚਪੇੜ ਮਾਰੇ ਆਪਾਂ ਕਿੱਥੇ ਦੇ ਜਾਂਦੇ ਹਾਂ। ਦਾਦੇ ਵਾਲੋ ਜਿਹੜੇ ਅਸੀਂ ਗਏ ਹਾਂ ਜਰਿਆ ਨਾ ਸੀ ਜੋ ਹਾਲ ਇਹਨਾਂ ਹੱਥਾਂ ਨਾਲ ਕਿੰਨੇ ਮਹਾਂਪੁਰਖਾਂ ਦੇ ਸੰਸਕਾਰ ਹੋਏ। ਆ ਪਹਿਲੀ ਵੇਰੀ ਬੜਾ ਹਿਰਦਾ ਦੁਖੀ ਹੋਇਆ। ਸੋ ਕਹਿਣ ਤੋਂ ਭਾਵ ਇਸ ਕਰਕੇ ਭਾਈ ਗੁਰੂ ਘਰਾਂ ਦੇ ਅੰਦਰ ਇਹ ਬਹੁਤ ਵਿਚਾਰ ਦੀ ਲੋੜ ਹੈ। ਸੋ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਅੱਜ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਿਓ, ਕਿਉਂਕਿ